ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਬੈਰਾਗਣ ਰਵਿਦਾਸ ਜੀਓ। ਘਟ ਅਬ ਘਟ ਡੂਗਰ ਕਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਘਟ ਅਬ ਘਟ ਡੂਗਰ ਕਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹਉ ਬਨਜਾਰੋ ਰਾਮ ਕੋ, ਸਹਿਜ ਕਰੂੰ ਬਾਪਾਰ। ਮੈਂ ਰਾਮ ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਉਰ ਬਾਰ ਪਾਰ ਕੇ ਦਾਨੀਆਂ, ਲਿਖ ਲੇ ਹੋਇਆਲ ਪਤਾਲ। ਮੋਹਿ ਜਮ ਡੰਡ ਨ ਲੱਗਈ, ਤਜੀਲੇ ਸਰਬ ਜੰਜਾਲ। ਜੈਸਾ ਰੰਗ ਕੁਸੁੰਭ ਕਾ, ਤੈਸਾ ਇਹੋ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਜੈਸਾ ਰੰਗ ਕੁਸੁੰਭ ਕਾ, ਤੈਸਾ ਯੋ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰਨ ਦੀ ਕਰੀਏ ਕੋਸ਼ਿਸ਼। ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਕੋਈ ਪਿਛਲਾ ਅੰਕਰ ਪ੍ਰਗਟ ਹੋਇਆ ਤਾਂ ਆਪਾਂ ਨੂੰ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੀ ਪਹਿਲੀ ਨਿਸ਼ਾਨੀ ਹੈ ਮਨੁੱਖ ਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਦੇ ਵਿੱਚ ਮਨੁੱਖ ਬੈਠਣ ਲੱਗਦਾ ਤੇ ਇੱਥੋਂ ਸ਼ੁਰੂਆਤ ਹੁੰਦੀ ਹੈ ਮਨੁੱਖ ਦੇ ਸਵਰਨ ਦੀ। ਅਮੋਲਕ ਘੜੀਆਂ ਇਹ ਮੰਨੀਆਂ ਜਾਂਦੀਆਂ, ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਆਪਾਂ ਹਾਜ਼ਰ ਨਾਜ਼ਰ ਮੰਨਦੇ ਹਾਂ। ਹਾਜ਼ਰ ਦਾ ਮਤਲਬ ਹਾਜ਼ਰ ਅਤੇ ਨਾਜ਼ਰ ਦਾ ਮਤਲਬ ਨਜ਼ਰ ਵੀ ਰੱਖੀ ਹੋਈ ਹੈ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਰੂਪ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰ ਪਰਮੇਸ਼ਰ ਏਕੋ ਜਾਣ। ਸੋ ਆਪਾਂ ਸਤਸੰਗਤ ਦੇ ਵਿੱਚ ਬੈਠ ਕੇ ਅਗੰਮੀ ਇਲਾਹੀ ਗੁਰਬਾਣੀ ਨੂੰ ਬੜੇ ਹੀ ਧਿਆਨ ਦੇ ਨਾਲ ਸਰਵਣ ਕਰਨਾ ਹੁੰਦਾ, ਸੁਣਨਾ ਹੁੰਦਾ। ਸੁਣਨ ਤੋਂ ਬਾਅਦ ਮੰਨਣਾ ਹੁੰਦਾ, ਮੰਨ ਕੇ ਫਿਰ ਭਾਉ
ਪ੍ਰੇਮ ਪੈਦਾ ਹੋ ਜਾਂਦਾ ਗੁਰੂ ਜੀ ਦੇ ਨਾਲ। ਜਦੋਂ ਕਿਸੇ ਦੇ ਨਾਲ ਸਾਡਾ ਪ੍ਰੇਮ ਪੈ ਜਾਵੇ, ਉਹਨੂੰ ਅੱਖੋਂ ਪਰੋਖੇ ਕਰਨਾ ਬਹੁਤ ਔਖਾ ਹੋ ਜਾਂਦਾ, ਉਹਦੀ ਗੱਲ ਨੂੰ ਟਾਲਣਾ ਬਹੁਤ ਔਖਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਸਿੱਖ ਦਾ ਗੁਰੂ ਦੇ ਨਾਲ ਪ੍ਰੇਮ ਪੈ ਜਾਂਦਾ, ਉਹ ਗੁਰਸਿੱਖ ਬਣ ਜਾਂਦਾ, ਗੁਰਸਿੱਖ ਵਾਲੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ। ਗੁਰਮੁਖ ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਹੈ ਕਿ ਐ ਮਨੁੱਖ, ਤੇਰੀ ਆਤਮਾ ਤੇ ਪ੍ਰਮਾਤਮਾ ਦੇ ਵਿੱਚ ਵਿਛੋੜਾ ਪੈ ਚੁੱਕਿਆ। ਕਦੋਂ ਦਾ ਪਿਆ ਜੀ? ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇਰੀ ਲਿਵ ਪਰਮਾਤਮਾ ਤੋਂ ਟੁੱਟ ਗਈ, ਇਸ ਕਰਕੇ ਮਾਇਆ ਦਾ ਅਸਰ ਤੇਰੇ ਉੱਪਰ ਹੋ ਗਿਆ। ਤੇਰੇ ਅੰਦਰ ਅਗਿਆਨਤਾ ਚਲੀ ਗਈ, ਗਿਆਨ ਨਹੀਂ ਹੈ, ਚਾਨਣ ਨਹੀਂ ਹੈ। ਇਸ ਕਰਕੇ ਮਾਇਆਵਾਦੀ ਕੰਮ ਹੀ ਕਰੀ ਜਾਨਾ, ਆਪਣੇ ਅੰਦਰਲੀ ਦੁਨੀਆ ਨੂੰ ਦੇਖਦਾ ਨਹੀਂ, ਆਪਣੇ ਆਪ ਵੱਲ ਸੁਰਤ ਨਹੀਂ ਕਰਦਾ, ਆਪਣੇ ਕਰਮਾਂ ਵੱਲ, ਆਪਣੇ ਲੇਖੇ ਵੱਲ ਨੂੰ ਤੂੰ ਚੱਲਦਾ ਨਹੀਂ। ਜੇ ਗੁਰੂ ਨਾਲ ਜੁੜ ਜਾਈਏ ਤਾਂ ਮਨੁੱਖ ਆਪਣੇ ਅੰਦਰ ਨੂੰ ਚਲਿਆ ਜਾਂਦਾ, ਤਾਂ ਦੇਵਤਾ ਬਣ ਸਕਦਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਸੋ ਇਹ ਗੁਰਬਾਣੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਪਹਿਲੇ ਗੁਰੂ ਆਪਣੇ, ਉੱਥੋਂ ਆਪਣਾ ਇਹ ਸਿੱਖ ਮੱਤ, ਸਿੱਖ ਪੰਥ ਚੱਲਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 4 ਪ੍ਰਚਾਰਕ ਦੌਰੇ ਕੀਤੇ। ਉਹਨਾਂ ਦੌਰਿਆਂ ਦੇ ਦੌਰਾਨ ਬਹੁਤ ਦੂਰ ਤੱਕ ਸਾਰੇ ਦੇਸ਼ ਦਾ ਭਰਮਣ ਕੀਤਾ, ਵੱਖ-ਵੱਖ ਧਾਰਮਿਕ ਮੁਖੀਆਂ ਦੇ ਨਾਲ ਵਿਚਾਰਾਂ ਕੀਤੀਆਂ, ਤੇ ਜਿਨ੍ਹਾਂ ਦੀ ਗੁਰਬਾਣੀ ਜਾਂ ਜਿਨ੍ਹਾਂ ਦੇ ਵਿਚਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਚੰਗੇ ਲੱਗੇ, ਤੇ ਉਹਨਾਂ ਦੀ ਬਾਣੀ ਇਕੱਤਰ ਕਰਕੇ ਲੈ ਆਂਦੀ। 15 ਭਗਤਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਗੁਰਮੁਖ ਪਿਆਰਿਓ, ਜਿੱਥੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਹਾਂ, ਉੱਥੇ ਅਸੀਂ 15 ਭਗਤਾਂ ਨੂੰ ਵੀ ਮੱਥਾ ਟੇਕਦੇ ਹਾਂ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰੇ ਭਗਤਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ। ਉਹਨਾਂ ਭਗਤਾਂ ਦੇ ਵਿੱਚੋਂ ਇੱਕ ਭਗਤ ਹੋਇਆ ਭਗਤ ਰਵਿਦਾਸ ਜੀ, ਜਿਹੜੇ ਅਖੌਤੀ ਜਾਤਾਂ ਜਿਹੜੀਆਂ ਬਣਾਈਆਂ ਗਈਆਂ, ਜਿਹੜੀਆਂ ਪੁਜਾਰੀ ਵੱਲੋਂ, ਪੰਡਤ ਵੱਲੋਂ ਲੋਕਾਂ ਨੂੰ ਲੁੱਟਣ ਵਾਸਤੇ 4 ਵਰਨਾਂ ਦੇ ਵਿੱਚ ਵੰਡਿਆ ਗਿਆ ਸੀ। ਪਹਿਲਾ ਸੀ ਜਿਹੜਾ ਬ੍ਰਾਹਮਣ, ਇਹ ਕਿਹਾ ਗਿਆ ਸੀ ਵੀ ਇਹ ਸਿਰ 'ਚੋਂ ਪੈਦਾ ਹੋਇਆ। ਦੂਜਾ ਸੀ ਕਸ਼ਤਰੀ, ਇਹਨੂੰ ਕਿਹਾ ਗਿਆ ਸੀ ਤੂੰ ਬਾਹਾਂ 'ਚੋਂ ਪੈਦਾ ਹੋਇਆ। ਉਸ ਤੋਂ ਬਾਅਦ ਸੀ ਤੀਜਾ ਵੈਸ਼, ਜਿਹਨੂੰ ਕਿਹਾ ਗਿਆ ਸੀ ਵੀ ਤੂੰ ਪੱਟਾਂ 'ਚੋਂ ਪੈਦਾ ਹੋਇਆ। ਉਸ ਤੋਂ ਬਾਅਦ ਚੌਥਾ ਵਰਨ ਸੀ ਸ਼ੂਦਰ, ਜਿਹਨੂੰ ਕਿਹਾ ਗਿਆ ਸੀ ਤੂੰ ਪੈਰਾਂ 'ਚੋਂ ਪੈਦਾ ਹੋਇਆ। ਸ਼ੂਦਰਾਂ ਦੀ ਹਾਲਤ ਬਹੁਤ ਮਾੜੀ ਰਹੀ ਹੈ, ਤੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਅੱਜ ਤੱਕ ਵੀ ਮਾੜੀ ਹੈ। ਅੱਜ ਤੱਕ ਵੀ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਜਾਂ ਪੜ੍ਹ ਸੁਣ ਸਮਝ ਨਹੀਂ ਸਕੇ, ਤੇ ਜਾਂ ਆਪਣੀ ਹਉਮੈ ਦੇ ਕਾਰਨ ਜਾਂ ਅਗਿਆਨਤਾ ਦੇ ਕਾਰਨ ਅੱਜ ਵੀ ਜਿਹੜਾ ਬਹੁਤ ਵਿਤਕਰਾ ਕੀਤਾ ਜਾਂਦਾ। ਜੇ ਕੋਈ ਗਰੀਬ ਅਕਲ ਦੀ ਗੱਲ ਕਰੇ, ਚੱਜ ਦੀ ਗੱਲ ਕਰੇ, ਤਾਂ ਉਹਦੀ ਸੁਣੀ ਨਹੀਂ ਜਾਂਦੀ, ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਜੇ ਕੋਈ ਤਕੜਾ ਬੰਦਾ ਭਾਵੇਂ ਕੋਈ ਮਾੜੀ ਹੀ ਗੱਲ ਕਰ ਦੇਵੇ, ਤੇ ਉਹਨੂੰ ਸਲੋਤਾ ਹੁੰਦੀ ਹੈ, ਬੱਲੇ ਬੱਲੇ ਹੋ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਸਮਾਂ ਸੀ ਉਸ ਸਮੇਂ ਦਾ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਗਤ ਰਵਿਦਾਸ ਜੀ ਨੂੰ ਆਪਣੀ ਛਾਤੀ ਨਾਲ ਲਾਇਆ। ਅੱਜ ਉਹਨਾਂ ਦਾ ਪਾਵਨ ਜਨਮ ਦਿਹਾੜਾ। ਗੁਰਮੁਖ ਪਿਆਰਿਓ, ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਦੀਆਂ ਮੇਰੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ। ਤੇ ਸਭ ਤੋਂ ਵੱਡੀ ਗੱਲ ਆ ਭਗਤ ਰਵਿਦਾਸ ਦੀ ਫੁਲਵਾੜੀ ਨੂੰ ਖਾਸ ਕਰਕੇ, ਕਿ ਅਗਰ ਭਗਤ ਰਵਿਦਾਸ ਜੀ ਦੇ ਕਦਮਾਂ 'ਤੇ ਚੱਲਣਾ ਤਾਂ ਉਹਨਾਂ ਦੀ ਵਿਚਾਰਧਾਰਾ ਦੇ ਨਾਲ
ਜੁੜਨਾ ਪਵੇਗਾ। ਉਹਨਾਂ ਦੀ ਅਸਲ ਵਿਚਾਰਧਾਰਾ, ਸ਼ਖਸੀਅਤ, ਕਿਸੇ ਦੀ ਵੀ ਸ਼ਖਸੀਅਤ ਨੂੰ ਉਹਦੀਆਂ ਲਿਖਤਾਂ ਤੋਂ, ਉਹਦੇ ਬੋਲਾਂ ਤੋਂ ਜਾਣਿਆ ਜਾ ਸਕਦਾ ਸਹੀ ਢੰਗ ਦੇ ਨਾਲ। ਸੋ ਭਗਤ ਰਵਿਦਾਸ ਜੀ ਕੀ ਸ਼ਖਸੀਅਤ ਦੇ ਮਾਲਕ ਸਨ, ਤਾਂ ਉਹਨਾਂ ਦੀ ਗੁਰਬਾਣੀ ਦੇ ਵਿੱਚ 40 ਸ਼ਬਦ ਦਰਜ ਹੈ। ਉਹ 40 ਸ਼ਬਦਾਂ ਦੀ ਸਾਨੂੰ ਵਿਚਾਰ ਆਉਣੀ ਚਾਹੀਦੀ ਹੈ। ਅਸੀਂ ਇੱਧਰਲੇ ਪਾਸਿਓਂ ਟੁੱਟ ਚੁੱਕੇ ਹਾਂ, ਗੁਰਬਾਣੀ ਦੀ ਵਿਚਾਰ ਤੋਂ ਅੱਜ ਅਸੀਂ ਟੁੱਟ ਚੁੱਕੇ ਹਾਂ, ਜਦ ਕਿ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਅਸੀਂ ਇਹ ਅਕਲ, ਅਸੀਂ ਇਹ ਗਿਆਨ ਲੈਣਾ। ਸੋ ਆਓ ਭਗਤ ਰਵਿਦਾਸ ਜੀ ਅੱਜ ਸਾਨੂੰ ਕੀ ਸਮਝਾ ਰਹੇ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਤੇ ਨਾਜ਼ਰ ਹਨ। ਅਸੀਂ ਸਿੱਖ ਬੱਚਿਆਂ ਦੇ ਵਾਂਗੂ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਕ ਇੱਕ ਜਿਹੜਾ ਲਫ਼ਜ਼ ਹੈ ਇਹਨੂੰ ਧਿਆਨ ਦੇ ਨਾਲ ਸਰਵਣ ਕਰਨਾ, ਤਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ, ਸਾਡਾ ਆਵਾਗਾਉਣ ਖਤਮ ਹੋ ਜਾਵੇ, ਅਸੀਂ ਜਨਮ ਮਰਨ ਦੇ ਵਿੱਚ ਪਏ ਨਾ ਰਹੀਏ, ਅਸੀਂ ਆਤਮਿਕ ਸੁੱਖ ਦੀ ਪ੍ਰਾਪਤੀ ਕਰ ਸਕੀਏ, ਅਸੀਂ ਸਤਿਗੁਰ ਕੇ ਜਨਮੈ ਗਬਨ ਮਟਾਇਆ ਵਾਲਾ ਕਾਰਜ ਕਰ ਸਕੀਏ, ਅਸੀਂ ਪੁਰਾਣੀ ਜ਼ਿੰਦਗੀ 'ਤੇ ਜਿਹੜੀ ਤੁਰੀ ਆਉਂਦੀ ਹੈ, ਜਿਹ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਔਕਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ। ਜਿੱਧਰ ਨੂੰ ਪੰਡਤ ਲੋਕ ਜਾਂਦੇ ਆ, ਪੁਜਾਰੀ ਜਾਂਦੇ ਆ, ਲੋਕ ਬਹੀਰਾਂ ਘੱਤ ਕੇ ਉੱਧਰ ਨੂੰ ਚਲੇ ਜਾਂਦੇ ਆ। ਕਿਉਂ? ਕਿਉਂਕਿ ਪੁਜਾਰੀ ਸਬਜ਼ ਬਾਗ ਬਹੁਤ ਦਿਖਾਉਂਦਾ। ਪੁਜਾਰੀ ਕਹਿੰਦਾ ਕੁਛ ਨਹੀਂ ਕਰਨ ਦੀ ਲੋੜ, ਬਸ ਮੇਰੀ ਸੇਵਾ ਕਰੋ ਅਤੇ ਮੈਂ ਸਾਰਾ ਕੁਛ ਕਰ ਦੂੰ। ਇਸੇ ਕਰਕੇ ਸਾਨੂੰ ਗੁਰਬਾਣੀ ਤੋਂ ਤੋੜਿਆ ਜਾ ਰਿਹਾ ਹੈ। ਸਾਡੀ ਸਿੱਖ ਕੌਮ ਨੂੰ ਮੇਰੀ ਸਮਝ ਮੁਤਾਬਕ, ਮੇਰੀ ਤੁੱਛ ਬੁੱਧੀ ਆ, ਮੈਂ ਤਾਂ ਕਮਲਾ ਰਮਲਾ ਜਿਹਾ ਬੰਦਾ, ਪਰ ਮੈਂ ਆਪਣੀ ਗੱਲ ਕਰ ਸਕਦਾ, ਮੈਨੂੰ ਹੱਕ ਆ। ਮੇਰੀ ਸਮਝ ਮੁਤਾਬਕ ਸਾਡੀ ਸਿੱਖ ਕੌਮ ਨੂੰ ਸਭ ਤੋਂ ਵੱਡਾ ਘਾਟਾ ਇਹ ਪਿਆ ਸੀ, ਸ਼ਬਦ ਦੇ ਨਾਲੋਂ ਟੁੱਟ ਗਏ, ਗੁਰੂ ਦੇ ਨਾਲੋਂ ਟੁੱਟ ਗਏ, ਗੁਰਬਾਣੀ ਦੇ ਨਾਲੋਂ ਟੁੱਟ ਗਏ, ਅੰਦਰਲੇ ਲੰਗਰ ਨਾਲੋਂ ਟੁੱਟ ਗਏ। ਬਸ ਇਹੀ ਕਾਰਨ ਆ। ਅਤੇ ਬਾਕੀ ਜਿਹੜਾ ਹੁਣ 8ਵੀਂ ਤੱਕ ਫੇਲ ਨਹੀਂ ਕਰਦੇ, ਇਹਦੇ 'ਚ ਬੜਾ ਵੱਡਾ ਰਾਜ ਆ। ਨਾ ਬੱਚਿਆਂ ਨੂੰ ਪੰਜਾਬੀ ਆਵੇ ਅਤੇ ਨਾ ਗੁਰਬਾਣੀ ਤੱਕ ਪਹੁੰਚਣ। ਅਤੇ ਗੁਰਬਾਣੀ ਇੱਕ ਸਿੱਖ ਦਾ ਸਿਲੇਬਸ ਆ। ਗੁਰਬਾਣੀ ਦੇ ਵਿੱਚੋਂ ਇੱਕ ਸਿੱਖ ਜਿਹੜਾ ਪ੍ਰਗਟ ਹੋਊਗਾ ਨਾ, ਉਹ ਸੱਚਾ ਅਤੇ ਸੁੱਚਾ ਅਤੇ ਅਸਲੀ ਹੋਊਗਾ। ਜਿਹੜਾ ਗੁਰਬਾਣੀ ਤੋਂ ਵੱਖਰਾ ਸਿੱਖ ਪ੍ਰਗਟ ਹੋਊਗਾ, ਉਹ ਨਕਲੀ ਹੋਊਗਾ। ਅਸਲ ਤੋਂ ਨਕਲ ਵੱਲ ਨੂੰ ਅਸੀਂ ਜਾ ਰਹੇ ਹਾਂ। ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਜ ਭਗਤ ਰਵਿਦਾਸ ਜੀ ਦਾ ਜਿਹੜਾ ਹੈ ਆਗਮਨ ਪੁਰਬ ਆ, ਜਨਮ ਦਿਹਾੜਾ। ਅੱਜ ਹੀ ਅਸੀਂ ਪਿਛਲਾ ਸਮਾਂ ਜਿੰਨਾ ਲੰਘਿਆ ਹੱਥ ਨਹੀਂ ਆਉਣਾ, ਅੱਗੇ ਨੂੰ ਹਮ ਆਦਮੀ ਹਾਂ ਇੱਕਦਮੀ ਪਤਾ ਨਹੀਂ। ਹੁਣੇ ਹੀ ਅੱਜ ਤੋਂ ਅਸੀਂ ਗੁਰਬਾਣੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਗਿਆਨ ਲੈਣ ਦੀ ਕੋਸ਼ਿਸ਼ ਕਰੀਏ, ਗੁਰੂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਏ, ਗੁਰੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੀਏ, ਗੁਰੂ ਦੇ ਕੋਲ ਬੈਠਿਆ ਕਰੀਏ। ਭਾਈ ਗੁਰਮੁਖ ਪਿਆਰਿਓ, ਆਓ ਕਰਮਾਂ ਵਾਲੇ ਭਾਗਾਂ ਵਾਲੇ, ਤਾਂ ਹੀ ਮੈਂ ਕਹਿੰਦਾ ਵੀ ਜਿੰਨੇ ਕੁ ਵੀ ਹੈਗੇ ਆ ਕਰਮਾਂ ਵਾਲੇ ਹੋ ਭਾਈ, ਕਿਉਂਕਿ ਇੱਥੋਂ ਹੀ ਜਿੰਦੇ ਖੁੱਲ੍ਹਣੇ ਆ ਕਿਸਮਤਾਂ ਦੇ, ਹੋਰ ਕਿਤੋਂ ਨਹੀਂ ਖੁੱਲ੍ਹਣੇ। ਗੁਰ ਕੁੰਜੀ ਪਾਹੂ ਨਿਬਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਇੱਥੋਂ ਹੀ ਸਾਰੀਆਂ ਕੁੰਜੀਆਂ ਪ੍ਰਾਪਤ ਹੋਣੀਆਂ। ਮਨ ਦੇ ਵਿੱਚ ਸਾਰਿਆਂ ਦਾ ਮਨ ਐਸੀ ਚੀਜ਼ ਆ ਨਾ, ਮਨ ਤਾਂ ਰੱਬ ਦਾ ਰੂਪ ਹੈ। ਗੁਰਮੁਖ ਪਿਆਰਿਓ, ਇਹ ਮੈਲਾ ਹੋਇਆ ਹੋਇਆ ਇਹ ਦੁਨੀਆ ਦੇ ਵਿੱਚ ਆ ਕੇ। ਸੋਚੋ, ਕਦੇ ਬੱਚਾ ਕੋਈ ਖਰਾਬ ਜੰਮਿਆ? ਜੰਮਣ ਵੇਲੇ ਬੱਚੇ ਚੌਗਣ ਹੁੰਦੇ ਆ। ਫਿਰ ਇੱਥੋਂ ਸੁਸਾਇਟੀ 'ਚੋਂ ਜਿਹੋ ਜਿਹੇ ਅਸੀਂ ਪਲਦੇ ਹਾਂ, ਜਿਹੋ ਜਿਹਾ ਅਸੀਂ ਸੁਣਦੇ ਹਾਂ ਖਾਸ ਕਰਕੇ, ਅਤੇ ਜਿਹੋ ਜਿਹਾ ਅਸੀਂ ਦੇਖਦੇ ਹਾਂ, ਜਿਹੋ ਜਿਹੇ ਅਸੀਂ ਮਾਹੌਲ 'ਚ ਰਹਿੰਦੇ ਹਾਂ, ਉਹੋ ਜਿਹੇ ਬਣਦੇ ਜਾਂਦੇ ਹਾਂ। ਫਿਰ ਅਗਰ ਬੱਚਾ ਪਹਿਲਾਂ ਸਾਫ਼ ਸੀ, ਇਹ ਦੁਨੀਆ ਦੇ ਵਿੱਚ ਆ ਕੇ ਮੈਲਾ ਹੋ ਗਿਆ, ਅਤੇ ਦੁਨੀਆ ਦੇ ਵਿੱਚ ਸਾਫ਼ ਵੀ ਹੋ ਸਕਦਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਆਓ ਭਾਈ ਕਰੀਏ ਇਸ਼ਨਾਨ। ਆਪਾਂ ਵੀ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਆਤਮਿਕ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ।
परमात्मा अकाल पुरख वाहिगुरू अल्लाह बीठल गॉड एक आ। सतगुर प्रसाद सतगुरां दी किरपा दे नाल उस परमात्मा नूं जाणिया जा सकदा, होर तां कोई तरीका ही नहीं। हुण एक ओंकार परमात्मा वो कित्थे आ? मेरे अंदर मेरी आत्मा ते परमात्मा दा पिया होया विछोड़ा। धन फिर का एक ही संग वासा, विच हउमै भीत करारी। हउमै दीर्घ रोग है, दारू भी इस माहे। किरपा करे जे अपनी तां गुर का शब्द कमाए। हउमै दा करके साडी आत्मा ते परमात्मा दा मिलाप नहीं हो सकदा। ते जे गुर प्रसाद प्राप्त कर लीए, गुरु की किरपा दे पात्र बन जाइए, गुरु का ज्ञान सरवण करिए, गुरु कोल बैठिए, तो साडी हउमै निकल सकती है, तो आत्मा ते परमात्मा का मिलाप हो सकता है। तरीका भाई सानू समझाया गया। एक ओंकार सतगुर प्रसाद। गौड़ी बैरागण रविदास जीओ। धन श्री गुरु ग्रंथ साहिब जी नूं आपां हाज़र ते नाज़र कहने आ, एवें नहीं कहते गुरमुख प्यारिओ। गुरु ग्रंथ साहिब जी बोलते आ, पहला बिल्कुल अलर्ट करता, शब्द नूं सुनन तो समझण तो पहला एक ओंकार का ध्यान रखी। वो अकाल पुरख परमात्मा सब तो उपर आ, जिहदे नाल साडा कनैक्शन टुटिया होया। श्वास चल रहे आ, साडे प्राण नहीं चल रहे, प्राणा शक्ति नहीं, बल नहीं अंदर। बल छुट के वो बंधन परे। जदों बल छुट जाता ना, जदों कोई कोमा च चलिया जाता, गुरमुख प्यारे श्वास तां चलदे ही हुंदे आ, पर उठ नहीं सकदा, चल फिर नहीं सकदा, तुर फिर नहीं सकदा। ते जे बल होआ बंधन छुटे। जदों अंदरों बल हो गया, भाव सुरत आ गई, प्राणा शक्ति आ गई, फिर टूटियां जियां ला के बंदा परे मारदा, लै भी ठीक हो के आ गया। इस तरह अंदर आ साडे भाई, श्वास तां चल रहे आ, आखां जीवां बिसरै मर जाऊं। अंदरों श्वास चलदे ठीक ठाक आ, पर साडे अंदर बल नहीं बनिया, आत्मक बल नहीं बनिया। वो किवें बनना? सतगुर प्रसाद, सतगुरां दे कोल बैठ के। गौड़ी बैरागण रविदास जीओ। धन श्री गुरु ग्रंथ साहिब जी हाज़र नाज़र हो के सानू समझाउंदे आ, भाई बच्चिओ ये राग है गौड़ी, ते नाल है गौड़ी बैरागण। गौड़ी दी अगली किस्म रविदास जीओ। पंजवें पातशाह जी ने सारी रचना की है धन श्री गुरु ग्रंथ साहिब जी दी। ते पंजवें पातशाह किन्ना सत्कार दे रहे हैं, रविदास जीओ। भाव आ जिहड़ा शब्द आपां पढ़ना हुण शुरू करना, विचारना, ये भगत रविदास जी की पवित्र रसना चों उचारण किया होया। ते धन श्री गुरु ग्रंथ साहिब जी दे 345 अंग दे उपर सुभाएमान है। घट अब घट डूगर कणा, एक निर्गुण बैल हमार। भगत रविदास जी समझा रहे हैं कि जेड़े रास्ते ते आपां चलना गुरमुख प्यारे, धर्म का रास्ता ना, जेड़े ये दो रास्ते आ भाई। जिह मार्ग पंडित गए पाछे परी बहीर, एक अवकट घाटी राम की तिह चढ़ रहे हो कबीर। इनू असली धर्मी हर महकमे दे विच दो दो तरह के बंदे हुंदे आ। पुलिस का महकमा आपां कहने माड़ा, पर उहदे विच भी अंदर जाके देखो चंगे बंदे भी मिल जाते हैं। ते धर्म दा आपां कहने ये सारा ही वधिया नहीं, अंदर जाके देखो इन्हां दे विच भी बुरे बंदे मिल जाते हैं। भाव दो विचारधावां, चंगा माड़ा, उच्चा नीवा, गोरा काला, मनमुख गुरमुख, ये सारा कुछ चलदा आ रहा। ते असी की होना? असी चंगियां वल नूं चलना, भाव आत्मक उचाई वल नूं जाना। पर रास्ता बड़ा औखा भाई, नाल समझाया जा रहा चलू कोई कोई। एक माया वाला रास्ता, बाहरला रास्ता, तिन्ना गुणा का रास्ता, उत्थे तां भीड़ बहुत आ। भीड़ रहूगी, पहला भी सी, हुण भी है, अगे भी होऊगी। जिथे सौखा ही दिता जाऊ भी आ भाई आला नाम ले जा, बस पड़ोसिया जाऊगा, अंदरों पर खत्म हो जाएंगे। ये कितों कितों मिलूगा भाई, जे गुरबाणी नाल जुड़ांगे तो सानू ये ज्ञान हो, सानू पता लगू एक औकट घाटी है। किहड़ी है वो भला? सानू जपजी साहब जी दे विच भी समझाया सी कि वो घाटी किहड़ी है। पहला धर्म खंड, फिर ज्ञान खंड, दूजी अवस्था। पहला चढ़ना पहाड़ी ते, चढ़ के जदों थक गया साह लैना, फिर मड़ा जिहा स्टेबल होंदा, 5 खंड आउंदे आ। पहला धर्म खंड, दूजा ज्ञान खंड, तीजा शर्म खंड, चौथा कर्म खंड, पंजवां सच खंड।
ਇਹ ਘੱਟ ਹੀ ਚੜ੍ਹਨਾ ਭਾਈ, ਪਰ ਚੜੂ ਕੋਈ ਕੋਈ, ਗੁਰੂ ਦੇ ਆਸਰੇ ਨਾਲ ਚੜ੍ਹ ਸਕਦੇ ਆ। ਹੁਣ ਇੱਥੇ ਫਿਕਰ ਪੈ ਗਿਆ, ਜਦੋਂ ਅੰਦਰਲਾ ਗਿਆਨ ਹੋ ਗਿਆ, ਜਦੋਂ ਪਤਾ ਲੱਗ ਗਿਆ ਕਿ ਮੇਰਾ ਤਾਂ ਪਤਾ ਹੀ ਕੁਛ ਨਹੀਂ, ਮੈਂ ਕਿੱਦੇ ਚਲੇ ਜਾਣਾ ਇੱਥੋਂ, ਮੈਂ ਹਉਮੈ ਦੇ ਵਿੱਚ ਆ ਕੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਿਆ ਪਿਆ। ਆਖਿਰ ਜਾਣਾ ਤਾਂ ਮੈਂ ਉਹਦੇ ਕੋਲ ਹੀ ਆ, ਸਾਹਮਣੇ ਤਾਂ ਮੈਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਵਾਰੀ ਮੈਨੂੰ ਹੋਣਾ ਹੀ ਪੈਣਾ। ਇਸ ਕਰਕੇ ਮੈਂ ਇਹ ਸੌਖਾ ਰਸਤਾ ਛੱਡ ਕੇ, ਪਖੰਡਾਂ ਦਾ ਰਸਤਾ ਛੱਡ ਕੇ, ਕਰਮਕਾਂਡਾਂ ਦਾ ਰਸਤਾ ਛੱਡ ਕੇ ਅਸੀਂ ਇਹ ਘਾਟ ਹੀ ਚੜ੍ਹਨੀ ਹੈ। ਘਟ ਅਬ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਭਗਤ ਰਵਿਦਾਸ ਜੀ ਸੋਚ ਰਹੇ ਆ, ਜਦੋਂ ਆਪਾਂ ਨੂੰ ਪਤਾ ਲੱਗ ਗਿਆ, ਸਿੱਖਿਆ ਆਪਾਂ ਨੂੰ ਆ ਇਹ। ਭਗਤ ਰਵਿਦਾਸ ਜੀ ਬਹੁਤ ਸਤਿਕਾਰਯੋਗ ਸੀ, ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬੁੱਕਲ ਵਿੱਚ ਵਿਰਾਜਮਾਨ ਬੈਠੇ ਆ, ਪਰ ਸਮਝਾਉਣਾ ਸਾਨੂੰ ਚਾਹੁੰਦੇ ਆ। ਭਾਈ ਇੱਕ ਝੂਠ ਦਾ ਰਸਤਾ, ਇੱਕ ਸੱਚ ਦਾ ਰਸਤਾ, ਇੱਕ ਅਸਲ ਆ, ਇੱਕ ਨਕਲ ਆ। ਅਸਲ ਨਕਲ ਤੋਂ ਬਚਣਾ ਤੇ ਅਸਲ ਵੱਲ ਨੂੰ ਚੱਲਣਾ, ਭਾਵ ਕਿ ਮਨਮੁਖ ਹੋਏ ਬੰਦੇ ਕਾ ਬੰਦਾ, ਉਧਰੋਂ ਬਚਣਾ। ਅਸੀਂ ਗੁਰੂ ਦੇ ਲੜ ਲੱਗਣਾ, ਜੋ ਕੁਛ ਵੀ ਹੈ ਸਾਡਾ ਗੁਰੂ ਆ ਭਾਈ। ਘਟ ਅਬ ਘਟ ਡੂਗਰ ਘਣਾ, ਇਹ ਪਹਾੜੀ ਰਸਤਾ, ਬੜਾ ਔਖਾ ਰਸਤਾ, ਬੜਾ ਖਤਰਾ ਇੱਧਰ ਨੂੰ। ਜਦੋਂ ਸੁਰਤ ਚੱਲਦੀ ਆ, ਜਦੋਂ ਮਨ ਚੱਲਦਾ, ਰਾਹ 'ਚ ਡਿੱਕ ਡੋਲੇ ਬਹੁਤ ਆਉਂਦੇ ਆ, ਹਨੇਰੀਆਂ ਬਹੁਤ ਚੱਲਦੀਆਂ, ਮਾਇਆ ਡਲਾਉਂਦੀ ਆ। ਜਦੋਂ ਕਿਸੇ ਗੈਂਗ ਦੇ ਵਿੱਚੋਂ ਕੋਈ ਬੰਦਾ ਨਿਕਲਣ ਲੱਗੇ, ਉਹ ਗੈਂਗ ਸੌਖਾ ਨਹੀਂ ਨਿਕਲਣ ਦਿੰਦਾ। ਫਿਰ ਗੁਰਮੁਖ ਪਿਆਰਿਓ, ਫਸਣਾ ਗੈਂਗ ਦੇ ਵਿੱਚ ਸੌਖਾ ਤੇ ਨਿਕਲਣਾ ਬੜਾ ਹੀ ਔਖਾ। ਇਸੇ ਤਰ੍ਹਾਂ ਮਾਇਆ ਦੇ ਚੱਕਰ 'ਚ ਫਸਣਾ ਬਹੁਤ ਸੌਖਾ ਤੇ ਨਿਕਲਣਾ ਬਹੁਤ ਔਖਾ। ਇੱਕੋ ਇੱਕ ਤਰੀਕਾ, ਗੁਰਬਾਣੀ ਦਾ ਲੜ ਫੜ ਲਈਏ ਫਿਰ ਨਿਕਲ ਸਕਦੇ ਹਾਂ। ਫੜੀਏ ਵੀ ਘੁੱਟ ਕੇ, ਜਿਵੇਂ ਸੂਰਜ ਦੀ ਕਿਰਨ ਨੂੰ ਘੁੱਟ ਕੇ ਫੜ ਲਈਏ ਤਾਂ ਸੂਰਜ 'ਚ ਜਾ ਵੱਜਾਂਗੇ, ਉੱਥੋਂ ਨਿਕਲੀ ਹੈ। ਜੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਘਟ ਅਬ ਘਟ ਡੂਗਰ ਘਣਾ, ਘਣੇ ਜੰਗਲ ਆ, ਬੜਾ ਪਹਾੜੀ ਰਸਤਾ, ਬੜਾ ਔਖਾ। ਇੱਕ ਨਿਰਗੁਣ ਬੈਲ ਹਮਾਰ। ਦੂਜਾ ਸਭ ਤੋਂ ਮੁਸ਼ਕਿਲ ਕੀ ਹੈ, ਉਹ ਜਿਹੜੇ ਬੈਲ ਨੇ ਮੈਨੂੰ ਲੈ ਕੇ ਜਾਣਾ ਤਹਾਂ ਨੂੰ, ਇਹਦੇ ਵਿੱਚ ਤਾਂ ਕੋਈ ਗੁਣ ਹੀ ਨਹੀਂ, ਇਹਦੇ ਵਿੱਚ ਤਾਂ ਤਾਕਤ ਹੀ ਨਹੀਂ। ਹੁਣ ਬਾਹਰਲੀ ਉਦਾਹਰਨ ਲੈ ਲਈਏ, ਮੰਨ ਲਓ ਚੜ੍ਹਾਈ ਤੇ ਚੜ੍ਹਨਾ, ਜਿਹੜਾ ਮੂਹਰੇ ਬੈਲ ਜੋੜਿਆ ਹੋਇਆ ਉਹ ਮਾੜਾ ਹੋਵੇ, ਉਹ ਕਰੰਗ ਹੋਵੇ, ਉਹ ਭੁੱਖਾ ਧਿਆਇਆ ਹੋਵੇ, ਉਹ ਲੈ ਜਾਊਗਾ ਸਾਨੂੰ ਤਹਾਂ ਨੂੰ। ਹੁਣ ਜਿਹਦਾ ਮਨ ਰੂਪੀ ਬੈਲ ਗੁਰਬਾਣੀ ਦੇ ਵੱਲੋਂ ਭੁੱਖਾ ਧਿਆਇਆ, ਮਾੜਾ ਹੋ ਗਿਆ, ਦੁੱਬਲਾ ਹੋ ਗਿਆ, ਕਰਮ ਕਾਂਡਾਂ ਦੇ ਵਿੱਚ ਫਸ ਗਿਆ, ਹੁਣ ਇੱਥੇ ਸੋਚ ਆ ਵੀ ਚੜਾਂਗੇ ਕਿਵੇਂ? ਚੜ੍ਹਨਾ ਪੈਣਾ ਹੀ ਆ, ਚੜ੍ਹੇ ਤੋਂ ਬਿਨਾਂ ਗੁਜ਼ਾਰਾ ਨਹੀਂ। ਹੁਣ ਇੱਥੇ ਫਿਕਰ ਹੋ ਗਿਆ ਵੀ ਮੈਂ ਗੁਰੂ ਦੇ ਨਾਲ ਜੁੜ ਕੇ ਆਪਣੇ ਬੈਲ ਨੂੰ ਤਾਕਤ ਦੇਵਾਂ। ਮਨ ਦੀ ਤਾਕਤ ਕੀ ਹੈ? ਸੱਚ। ਮਨ ਨੇ ਸੁਣਨਾ ਹੁੰਦਾ ਅੰਮ੍ਰਿਤ ਵੇਲੇ। ਸਾਨੂੰ ਤਾਂ ਇਹ ਜਿਹੜਾ ਨਿਤਨੇਮ ਬਖਸ਼ਿਸ਼ ਕੀਤਾ ਨਾ ਸਾਡੇ ਵੱਡ ਵਡੇਰਿਆਂ ਨੇ, ਉਹ ਇਸੇ ਕਰਕੇ ਹੀ ਆ ਵੀ ਸਵੇਰ ਵੇਲੇ ਘੰਟਾ ਡੇਢ ਘੰਟਾ ਅਸੀਂ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਧਿਆਨ ਦੇ ਨਾਲ, ਤਾਂ ਕਿ ਸਾਡੇ 23 ਘੰਟੇ ਆ ਜਿਹੜੇ ਵਧੀਆ ਨਿਕਲਣ। ਸ਼ਾਮ ਨੂੰ ਫਿਰ ਸਾਨੂੰ ਕਿਹਾ ਗੁਰਬਾਣੀ ਦੇ ਨਾਲ ਜੁੜਨ ਨੂੰ, ਤਾਂ ਕਿ ਸਾਡਾ ਮਨ ਡੋਲੇ ਨਾ, ਸਾਡੇ ਮਨ ਨੂੰ ਖੁਰਾਕ ਮਿਲੇ। ਜਿਵੇਂ ਤਨ ਨੂੰ ਖੁਰਾਕ ਦੀ ਜ਼ਰੂਰਤ ਆ, ਇਸੇ ਤਰ੍ਹਾਂ ਮਨ ਨੂੰ ਵੀ ਸਵੇਰੇ ਸ਼ਾਮ ਇਹ ਜ਼ਰੂਰੀ ਹੈ ਖੁਰਾਕ, ਆਤਮਿਕ ਖੁਰਾਕ ਆ ਇਹ ਭਾਈ। ਆਪਣੇ ਬੈਲ ਕਾਇਮ ਕਰ ਲਈਏ। ਬੈਲ ਮਾੜੇ ਆ, ਭਗਤ ਰਵਿਦਾਸ ਜੀ ਦਾ ਤਾਂ ਬਹੁਤ ਤਕੜਾ ਹੋਣਾ, ਜਿਹੜੇ ਉਹ ਭੱਜ ਕੇ ਗੁਰੂ ਦੀ ਬੁੱਕਲ 'ਚ ਬੈਠ ਕੇ ਜਾ ਕੇ ਆਪਾਂ ਨੂੰ ਸਮਝਾਇਆ ਜਾ ਰਿਹਾ ਵੀ ਸਾਡੇ ਬੈਲ ਮਾੜੇ ਆ ਭਾਈ, ਅਸੀਂ ਗੁਰੂ ਦਾ ਗਿਆਨ ਲੈਣਾ, ਗਿਆਨ ਤੋਂ ਟੁੱਟ ਗਏ, ਗਿਆਨ ਦੀ ਖੁਰਾਕ ਨਹੀਂ ਛਕੀ ਇਹ ਸਾਡੇ ਮਨ ਨੇ। ਤਾਂ ਹੀ ਦੇਖੋ, ਜਿਹੜਾ ਘਰੋਂ ਰੱਜ ਕੇ ਪਰੌਠੇ ਖਾ ਕੇ ਤੁਰਦਾ, ਉਹ ਜਵਾਕ ਬਾਹਰਲੀਆਂ ਸੁੱਕੀਆਂ ਰੋਟੀਆਂ ਵੱਲ ਨੂੰ ਝਾਕ ਕਰੂਗਾ? ਨਹੀਂ। ਜਿਹੜਾ ਘਰੋਂ ਭੁੱਖਾ ਤੁਰਿਆ, ਉਹਨੂੰ ਜੋ ਵੀ ਮਿਲ ਗਿਆ ਉਹ ਖਾਊਗਾ। ਇਸੇ ਤਰ੍ਹਾਂ ਜਿਹੜਾ ਆਤਮਿਕ ਤੌਰ 'ਤੇ ਰੱਜ ਲਿਆ, ਜਿਹੜਾ ਗੁਰੂ ਦਾ ਗਿਆਨ ਲੈ ਲਿਆ, ਉਹ ਕਰਮ ਕਾਂਡਾਂ ਵੱਲ ਨਹੀਂ ਤੁਰਿਆ ਫਿਰੂਗਾ। ਤੇ ਜਿਹਨੂੰ ਗੁਰੂ ਦਾ ਗਿਆਨ ਨਾ ਹੋਇਆ, ਜਿਹਨੂੰ ਅੰਦਰੋਂ ਭੁੱਖ ਨਾ ਮਰੀ, ਉਹ ਕਰਮ ਕਾਂਡ ਉੱਥੇ 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 ਇਸ ਤਰ੍ਹਾਂ ਕਰਦਾ ਫਿਰੂਗਾ। ਆਪਣਾ ਜੀਵਨ ਆ ਜਿਹੜਾ ਉਹ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਰਸਤਾ ਉਹ ਬਦਲ ਲਿਆ, ਉਹ ਬਦਲ ਲਿਆ। ਜਿਵੇਂ ਕਹਿੰਦੇ ਹੁੰਦੇ ਆ ਵੀ ਪਹੁੰਚਣੇ ਵਾਲੇ ਪਹੁੰਚ ਜਾਂਦੇ ਆ ਮੰਜ਼ਿਲ 'ਤੇ, ਜਿਹੜੇ ਇੱਕ ਰਸਤਾ ਫੜ ਲੈਂਦੇ ਆ, ਤੇ ਜਿਹੜੇ ਰਸਤੇ ਬਦਲਣ ਵਾਲੇ ਆ ਉਹ ਉਹਨਾਂ ਦੀ ਰਸਤਿਆਂ 'ਚ ਹੀ ਜ਼ਿੰਦਗੀ ਲੰਘ ਜਾਂਦੀ ਹੈ। ਫਿਰ ਉਹ ਮੰਜ਼ਿਲ ਨਹੀਂ ਪ੍ਰਾਪਤ ਕਰ ਸਕਦੇ। ਗੁਰੂ ਤੋਂ ਬਿਨਾਂ ਅਸੀਂ ਮੰਜ਼ਿਲ ਨਹੀਂ ਪ੍ਰਾਪਤ ਕਰ ਸਕਦੇ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ।
ਹੁਣ ਮੇਰੇ ਵੱਸ ਦਾ ਰੋਗ ਤਾਂ ਹੈ ਨਹੀਂ। ਹੁਣ ਵੀ ਜੇ ਕਿਤੇ ਆਪਾਂ ਅਬ ਹਮ ਚੱਲੀ ਠਾਕਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਅਸੀਂ ਸਿੱਖ ਹੋਣ ਦੇ ਨਾਤੇ ਕਿੱਥੇ ਡਿੱਗਣਾ? ਗੁਰੂ ਦੇ ਅੱਗੇ। ਕਿ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਈ ਹੈ, ਮੇਰੇ ਅੰਦਰ ਵੀ ਗਿਆਨ ਨਹੀਂ, ਮੇਰਾ ਵੀ ਬੈਲ ਮਾੜਾ। ਬਸ ਇੱਕ ਬੇਨਤੀ ਹੈ, ਰਮਈਏ ਸੋ ਕਰਨੀ ਹੈ, ਮੇਰੀ ਪੂੰਜੀ ਰਾਖ ਮਰਾਰ। ਮੈਂ ਲੁੱਟਿਆ ਜਾ ਰਿਹਾ, ਮੈਂ ਪੱਟਿਆ ਜਾ ਰਿਹਾ, ਮੈਂ ਆਤਮਿਕ ਤੌਰ 'ਤੇ ਬਹੁਤ ਦੁਖੀ ਹਾਂ, ਮੇਰੀ ਸ਼ੁਭ ਗੁਣਾਂ ਦੀ ਪੂੰਜੀ ਲੁੱਟੀ ਜਾ ਰਹੀ ਹੈ ਅਤੇ ਮੈਂ ਗਲਤੀ ਕਰ ਬੈਠਾ। ਹੁਣ ਮੈਂ ਗਲਤੀ ਮੰਨਣ ਨੂੰ ਤਿਆਰ ਹਾਂ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਸ ਤਰ੍ਹਾਂ ਮੱਥਾ ਟੇਕ ਦਈਏ ਆ ਕੇ ਵੀ ਮੇਰੇ ਤੋਂ ਗਲਤੀ ਹੋ ਗਈ, ਗਲਤੀ ਹੋਣੀ ਸੁਭਾਵਿਕ ਆ, ਗੁਰੂ ਦਿਆਲੂ ਤੇ ਕਿਰਪਾਲੂ ਆ, ਪਰ ਹਉਮੈ 'ਚ ਆ ਕੇ ਬੰਦਾ ਗਲਤੀ ਵੀ ਨਹੀਂ ਮੰਨਦਾ, ਡਿੱਗਦਾ ਵੀ ਨਹੀਂ, ਤੇ ਫਿਰ ਉਹਦਾ ਕਾਰਜ ਵੀ ਨਹੀਂ ਹੁੰਦਾ। ਰਮਈਏ ਸੋ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਅਸੀਂ ਬੇਨਤੀ ਕਰਨੀ ਹੈ ਪ੍ਰਮਾਤਮਾ ਵਾਹਿਗੁਰੂ ਅੱਗੇ ਕਿ ਮੇਰੀ ਸ਼ੁਭ ਗੁਣਾਂ ਦੀ ਪੂੰਜੀ, ਹੇ ਮੁਰਾਰੀ, ਮੁਰ ਦੈਂਤ ਨੂੰ ਕੱਟਣ ਵਾਲੇ, ਭਾਵ ਮੁਰ ਦੈਂਤ ਸਾਡੇ ਅੰਦਰ ਕੀ ਆ? ਹਉਮੈ ਦਾ ਦੈਂਤ, ਇਹਨੂੰ ਕੱਟ ਦਿਓ ਤਾਂ ਕਿ ਮੇਰੀ ਰਾਸ ਪੂੰਜੀ ਬਚ ਜਾਵੇ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹੁਣ ਇੱਥੇ ਇੱਕ ਪ੍ਰੋਬਲਮ ਆਉਂਦੀ ਹੈ ਭਾਈ, ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਹੋਵੇ। ਜਿਹੜੇ ਗੁਰੂ ਲੜ ਲੱਗਦੇ ਆ, ਜਿਹੜੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੂੰ ਸਮਝ ਲੈਂਦੇ ਆ, ਤੇ ਫਿਰ ਉਹ ਕਰਮ ਕਾਂਡ ਕਰਨੋਂ ਹਟ ਜਾਂਦੇ ਆ। ਫਿਰ ਲੋਕ ਉਹਨਾਂ ਨੂੰ ਪਰੇਸ਼ਾਨ ਕਰਦੇ ਆ, ਤੂੰ ਐਂ ਨਹੀਂ ਕਰਦਾ, ਤੂੰ ਜਿਉਂ ਨਹੀਂ ਕਰਦਾ, ਤੂੰ ਐਂ ਕਰ, ਤੂੰ ਉਹ ਕਰ, ਕਿਉਂਕਿ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ। ਜਿਹੜੇ ਗੁਰਮੁਖ ਆ ਨਾ, ਗੁਰਸਿੱਖ ਆ, ਉਹ ਕਦੇ ਵੀ ਕੋਈ ਨਿੱਕੇ ਮੁੱਟੇ ਕੰਮ ਇਹ ਨਹੀਂ ਕਰਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਗੁਰ ਮੇਰੇ ਸੰਗ ਸਦਾ ਹੈ, ਨਾਲੇ ਗਿਆਨਵਾਨ ਹੋ ਜਾਂਦੇ ਆ। ਫਿਰ ਇੱਥੇ ਪ੍ਰੋਬਲਮ ਆਉਂਦੀ ਹੈ, ਜੇ ਉਹ ਸਮਝਾਉਂਦੇ ਆ ਫਿਰ ਵੀ ਉਹਨਾਂ 'ਤੇ, ਕਿਉਂਕਿ ਜ਼ਿਆਦਾ ਪ੍ਰਭਾਵ ਆ ਜਿਹੜਾ ਮਾਇਆਵਾਦੀ ਲੋਕਾਂ ਦਾ। ਕੋਈ ਕਦੇ ਸਦੀਆਂ ਬਾਅਦ ਕੋਈ ਯੋਧਾ ਸੂਰਮਾ ਉੱਠਦਾ ਸਾਨੂੰ ਗਿਆਨ ਸਮਝਾਉਣ ਵਾਲਾ, ਭਗਤ ਰਵਿਦਾਸ ਜੀ ਵਰਗਾ, ਪਰ ਉਹਨੂੰ ਫਿਰ ਗਾਂ ਜਿਹੜੇ ਤਗੜੇ ਲੋਕ ਆ, ਜਿਹੜੇ ਪੁਜਾਰੀਵਾਦ ਆ, ਉਹ ਪਰੇਸ਼ਾਨ ਕਰਦੇ ਸੀ। ਫਿਰ ਹੁਣ ਉਹ ਰੁਕ ਤਾਂ ਸਕਦੇ ਨਹੀਂ, ਕਿਉਂਕਿ ਉਹਨਾਂ ਦੀ ਗੱਡੀ ਤਾਂ ਚੱਲੀ, ਉਹਨਾਂ ਦੀ ਸੁਰਤ ਰੂਪੀ ਗੱਡੀ ਤਾਂ ਚੱਲੀ। ਰੋਕਣ ਵਾਲੇ ਮਾਇਆਵਾਦੀ ਵਿਚਾਰ ਕਿੰਨਾ ਕੁ ਚਿਰ ਰੋਕ ਸਕਦੇ ਆ? ਫਿਰ ਉੱਥੇ ਭਿੜਨਾ ਨਹੀਂ, ਉੱਥੋਂ ਪਾਸਾ ਵੱਟਣਾ। ਜੇ ਮੰਨ ਲਓ ਮੂਹਰੇ ਰੋਕ ਲੱਗ ਗਈ, ਹੁਣ ਠੀਕ ਆ, ਮੰਨ ਲਓ ਜੇ ਕੋਈ ਨਹੀਂ ਤੁਰਨਾ ਚਾਹੁੰਦਾ, ਜੇ ਗੁਰੂ ਦੇ ਗਿਆਨ 'ਤੇ ਕੋਈ ਨਹੀਂ ਤੁਰਨਾ ਚਾਹੁੰਦਾ ਤਾਂ ਨਾ ਤੁਰੇ, ਕਿਉਂਕਿ ਫਾਇਦਾ ਕਿਹਦਾ ਹੋਣਾ? ਜਿਹੜਾ ਚੱਲ ਪਿਆ ਉਹਦਾ ਹੀ ਫਾਇਦਾ ਹੋਣਾ, ਜਿਹੜਾ ਨਾ ਚੱਲਿਆ ਉਹਦਾ ਨੁਕਸਾਨ ਹੋਣਾ। ਤੇ ਇਹਦਾ ਕੀ ਆਪਣਾ ਚੌਂਕੀਦਾਰ ਦਾ ਕੰਮ ਆ ਹੋਕਾ ਦੇਣਾ, ਤੇ ਜਿਹਨੇ ਆਉਣਾ ਆ ਜਾਓ, ਜਿਹਨੇ ਨਹੀਂ ਆਉਣਾ ਤੁਹਾਡੀ ਮਰਜ਼ੀ ਆ ਭਾਈ। ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਨੇ ਕੀਤਾ। ਕਹਿੰਦੇ ਤੂੰ ਐਂ ਨਹੀਂ ਕਰਦਾ, ਤੂੰ ਜੋ ਨਹੀਂ ਕਰਦਾ, ਕਿਉਂਕਿ ਮਾਇਆਵਾਦੀ ਨਹੀਂ ਸੀ, ਵਿਚਾਰ ਆਪਦੇ ਕਿਰਤ ਕਰਦੇ ਸੀ। ਇੱਕ ਆਇਆ ਤੇ ਆ ਕੇ ਉਹਨੇ ਕਹਿੰਦਾ, ਯਾਰ ਭਗਤ ਰਵਿਦਾਸ ਜੀ ਨਾਮ ਜਪਦੇ ਹੋ, ਬੰਦੇ ਤਾਂ ਤੁਸੀਂ ਚੰਗੇ ਹੋ, ਪਰ ਗਰੀਬੀ ਮਾਰੀ ਜਾਂਦੀ ਹੈ, ਛੰਨ ਵੀ ਤੁਹਾਡੀ ਕੁਛ ਨਹੀਂ ਹੈ, ਤੇ ਬਾਹਲਾ ਤੁਹਾਡਾ ਬਾਹਰ ਪ੍ਰਤਾਪ ਵੀ ਹੈ ਨਹੀਂ, ਤੇ ਗੱਲਾਂ ਤੁਹਾਡੀਆਂ ਵਧੀਆ ਠੀਕ ਆ। ਐਂ ਕਰੋ, ਮੇਰੇ ਕੋਲ ਇੱਕ ਪਾਰਸ ਆ, ਮੈਂ ਪਾਰਸ ਦੇ ਜਾਨਾ ਤੁਹਾਨੂੰ, ਤੁਸੀਂ ਨਾ ਲੋਹੇ ਨੂੰ ਸੁਹਾ ਕੇ ਸੋਨਾ ਬਣਾਈ ਚੱਲਿਓ ਤੇ ਵੱਡੀ ਬਿਲਡਿੰਗ ਬਣਾ ਲਓ ਵੱਡੀ ਸਾਰੀ। ਭਗਤ ਰਵਿਦਾਸ ਜੀ ਕਹਿੰਦੇ ਨਹੀਂ, ਸਾਡੇ ਬਿਲਡਿੰਗ ਅੰਦਰ ਬਣੀ ਹੋਈ ਆ, ਸਾਰੀ ਦੁਨੀਆ ਹੀ ਸਾਡੀ ਬਿਲਡਿੰਗ ਆ, ਸਾਰਾ ਅਕਾਲ ਪੁਰਖ ਪ੍ਰਮਾਤਮਾ ਕਿੱਥੇ ਤੱਕ ਆ, ਅਸੀਂ ਤਾਂ ਉਹਦੇ ਕਾਣ ਆ, ਇੱਕ ਕਿਣਕੇ ਆ, ਕਿਉਂਕਿ ਇੱਥੋਂ ਤਾਂ ਜੇ ਬਿਲਡਿੰਗ ਬਣਾ ਲਈ ਤਾਂ ਮੇਰ ਹੋ ਜੂ। ਸ਼ੁਰੂਆਤ ਇਸੇ ਤਰ੍ਹਾਂ ਹੀ ਹੁੰਦੀ ਹੈ, ਜਿਹੜੀ ਪਕੜ ਹੁੰਦੀ ਹੈ ਨਾ, ਉਹ ਇਸੇ ਤਰ੍ਹਾਂ ਹੀ ਹੈ। ਕੁੱਲੀ ਨਹੀਂ ਬਣਾਈ ਸੀ, ਆਪਣੇ ਬਿਲਡਿੰਗ ਨਹੀਂ ਬਣਾਈ ਸੀ ਭਗਤ ਰਵਿਦਾਸ ਜੀ ਨੇ। ਸਾਲ 1.5 ਸਾਲ ਬਾਅਦ ਕਹਿੰਦੇ ਉਹ ਬੰਦਾ ਫੇਰ ਆਇਆ, ਉਹ ਸਾਧੂ ਕਹਿੰਦਾ ਅੱਜ ਤਾਂ ਬਹੁਤ ਵੱਡੀ ਬਿਲਡਿੰਗ ਹੋਊਗੀ ਬਣੀ ਹੋਈ, ਬੜੇ ਜਗਮਗ ਹੁੰਦੀ ਹੋਊਗੀ। ਭਗਤ ਰਵਿਦਾਸ ਜੀ ਉਸੇ ਤਰ੍ਹਾਂ ਬੈਠੇ, ਕਹਿੰਦੇ ਭਗਤ ਜੀ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸੀ। ਕਹਿੰਦੇ ਵੀ ਇੱਥੇ ਪਿਆ ਹੋਣਾ, ਜਿੱਥੇ ਤੂੰ ਰੱਖ ਕੇ ਗਿਆ ਸੀ ਚੱਕ ਲਾ, ਸਾਡੇ ਤਾਂ ਕੰਮ ਨਹੀਂ। ਇਸ ਤਰ੍ਹਾਂ ਭਾਈ ਜਿਹੜੇ ਭਗਤ ਦੀ ਅਵਸਥਾ 'ਚ ਆ ਜਾਂਦੇ ਆ, ਉਹਨਾਂ ਨੂੰ ਮਾਇਆ ਦੇ ਨਾਲ, ਹੁਣ ਸਾਹਿਬਜ਼ਾਦੇ ਸੀ, ਉਹਨਾਂ ਨੂੰ ਕੋਈ ਚੀਜ਼ ਜਿਹੜੀ ਡੁਲਾ ਸਕੀ ਆਪਣੀ ਮੰਜ਼ਿਲ ਤੋਂ? ਨਹੀਂ। ਜਿਹੜੇ ਪਹੁੰਚ ਜਾਂਦੇ ਆ ਉਹਨਾਂ ਵਾਸਤੇ ਇਹ ਮਾਇਆ ਦੇ 3 ਗੁਣ ਪਿੱਛੇ ਰਹਿ ਜਾਂਦੇ ਆ। ਫਿਰ ਆਖਰ ਉਹਨਾਂ ਨੂੰ ਇਹੀ ਕਹਿਣਾ ਪੈਂਦਾ ਵੀ ਆ ਜਾਓ ਭਾਈ, ਮੈਂ ਤਾਂ ਚੱਲਿਆ, ਜਿਹਨੇ ਆਉਣਾ ਆ ਜਾਓ ਚੌਥੇ ਪਦ ਨੂੰ, ਠੀਕ ਹੈ, ਤੇ ਨਹੀਂ ਆਉਣਾ ਤਾਂ ਤੁਹਾਡੀ ਮਰਜ਼ੀ। ਇੱਥੇ ਵੀ ਇਹੀ ਭਗਤ ਜੀ ਸਮਝਾ ਰਿਹਾ, ਕੋ ਬਨਜਾਰੋ ਰਾਮ ਕੋ। ਕੋਈ ਭਾਈ ਜਿਹੜੇ ਜਿਆਦੇ ਕੀ ਹੈ, ਜਹ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਕੋਈ ਆਉਣਾ, ਜਿਹਨੇ ਆਉਣਾ ਕੋਈ ਵੀ ਆ ਸਕਦਾ। ਇੱਥੇ ਬੀਬੀ ਭੈਣ
ਕੋਈ ਉਮਰ ਦਾ ਨਹੀਂ ਤਕਾਜ਼ਾ, ਕੋਈ ਕੱਪੜਿਆਂ ਦਾ ਨਹੀਂ, ਕੋਈ ਵੀ ਆ ਸਕਦਾ ਭਾਈ। ਕੋ ਬਣ ਜਾਰੋ ਰਾਮ ਕੋ ਐਲਾਨ, ਕੋਈ ਭਾਈ ਰਾਮ ਦਾ ਵਣਜ ਕਰਨ ਵਾਲਾ ਹੋਵੇ, ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਉ। ਆਓ ਭਾਈ, ਸਾਡਾ ਕਾਫਲਾ ਚੱਲਿਆ, ਸਾਡਾ ਤਾਂਗਾ ਲੱਦਿਆ ਜਾਂਦਾ, ਆ ਜਾਓ। ਕਾਸ਼ ਕਿਤੇ ਆਪਾਂ ਵੀ ਕਹਿ ਦਈਏ ਬਾਬਾ ਜੀ ਰੁਕਿਓ, ਮੈਂ ਵੀ ਆਉਣਾ, ਮੈਨੂੰ ਵੀ ਪਿੱਛੇ ਉਹ ਪਾਇਦਾਨ ਜੇ ਤੇ ਬਹਾ ਲਓ, ਮੈਨੂੰ ਵੀ ਲੈ ਚੱਲੋ। ਕਿਤੇ ਸਾਡੇ ਅੰਦਰ ਇਹ ਕਸ਼ਿਸ਼ ਪੈਦਾ ਹੋ ਜਾਵੇ, ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਮਿਲਾਪ, ਕਿਤੇ ਅਸੀਂ ਸੱਚ ਦੇ ਨਾਮ ਰੂਪੀ ਟਾਂਗੇ ਤੇ ਬਹਿ ਜਾਈਏ। ਬਸ ਆਹੀ ਦੇਰੀ ਹੈ। ਜਦੋਂ ਬਹਿ ਗਏ ਤੇ ਫਿਰ ਪਹੁੰਚਾ ਤਾਂ ਆਪੇ ਹੀ ਦੇਣਾ ਜਿਨ੍ਹਾਂ ਨੇ ਪਹੁੰਚਾਉਣਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਰਹਾਉ ਹਉ ਬਣ ਜਾਰੋ ਰਾਮ ਕੋ ਸਹਿਜ ਕਰੂੰ ਵਪਾਰ। ਲਓ ਭਾਈ, ਇਹ ਬਣਜਾਰੇ ਅਸੀਂ ਆ, ਬਣਜਾਰੇ ਰਾਮ ਦੇ ਨਾਮ ਦੇ, ਮਾਇਆ ਦਾ ਨਹੀਂ ਇੱਥੇ ਕੰਮ। ਇੱਕ ਆ ਮਾਇਆ, ਮਾਇਆ ਦੇ ਬਣਜਾਰੇ, ਇੱਕ ਆ ਰਾਮ ਦੇ ਬਣਜਾਰੇ। ਇਹੀ ਮੈਂ ਪਹਿਲਾਂ ਕਹਿੰਦਾ, ਧਰਮੀ ਕੋਈ ਵੀ ਹੋਵੇ, ਸਿੱਖਾਂ 'ਚ ਵੀ ਭਾਵੇਂ ਲਾ ਲਓ ਵੀ ਇੱਕ ਆ ਮਾਇਆ ਵਾਸਤੇ, ਇੱਕ ਆ ਪਰਮਾਤਮਾ ਦੇ ਮਿਲਾਪ ਵਾਸਤੇ। ਦੋ ਤਰ੍ਹਾਂ ਦੇ ਬੰਦੇ ਮਿਲਣਗੇ ਧਰਮੀ ਲੋਕ ਭਾਈ। ਹਉ ਬਣਜਾਰੋ ਰਾਮ ਕੋ, ਅਸੀਂ ਕਿਹੜੇ ਬਣਜਾਰੇ ਬਣਨਾ, ਮਾਇਆ ਵਾਲੇ ਨਹੀਂ ਬਣਨਾ, ਉਹਨਾਂ ਦੇ ਪਿੱਛੇ ਨਹੀਂ ਲੱਗਣਾ। ਅਸੀਂ ਜਿਹੜੇ ਰਾਮ ਦੇ ਬਣਜਾਰੇ ਆ ਉਹਨਾਂ ਦੇ ਪਿੱਛੇ ਲੱਗਣਾ। ਹਉ ਬਣਜਾਰੋ ਰਾਮ ਕੋ ਸਹਿਜ ਕਰੂੰ ਵਪਾਰ, ਅਸੀਂ ਵਪਾਰ ਵੀ ਕਿਹੜਾ ਕਰਨਾ। ਉਧਰਲੇ ਪਾਸੇ ਤੁਸੀਂ ਮਾਇਆ ਵਾਲੇ ਪਾਸੇ ਫਸ ਜਾਓਗੇ, ਤੁਹਾਨੂੰ ਭੱਜ ਨੱਠ ਚੱਕ ਲੋ ਇੱਧਰੋਂ ਉੱਧਰੋਂ ਆ ਪੂਰਾ ਕਰਨਾ ਪਊ। ਜੇ ਇੱਧਰਲੇ ਬਣਜਾਰੇ ਬਣ ਜਾਓਗੇ ਤਾਂ ਟਿਕਣਾ ਪਊ, ਉਲਟ ਕਿਰਿਆ ਬਿਲਕੁਲ। ਟਿਕ ਕੇ ਸਾਰਾ ਕੁਝ ਟਿਕਾਓ ਦੇ ਵਿੱਚੋਂ, ਕਿਉਂਕਿ ਜਿੰਨਾ ਚਿਰ ਪਾਣੀ ਟਿਕਿਆ ਹੀ ਨਹੀਂ ਗੁਰਮੁਖ ਪਿਆਰੇ, ਉਹਦੇ ਵਿੱਚ ਫੋਟੋ ਕਿਵੇਂ ਦੇ ਸਕਦੀ ਹੈ। ਲੋਕ ਪੱਗ ਬੰਨ੍ਹ ਲੈਂਦੇ ਆ ਕੜਾਹੀਏ ਦੇ ਵਿੱਚ ਪਾਣੀ ਪਾ ਕੇ ਟਿਕਾ ਕੇ, ਇੰਨਾ ਆ ਸ਼ੀਸ਼ੇ ਵੀ ਤਾਂ ਪਾਣੀ ਸਾਫ਼ ਹੀ ਆ। ਇਸੇ ਤਰ੍ਹਾਂ ਜਿਹੜਾ ਮਨ ਟਿਕ ਗਿਆ, ਤਪਤ ਕੜਾਹਾ ਬੁਝ ਗਿਆ ਗੁਰਸੀਤਲ ਨਾਮ ਦੀ ਉਹ, ਤੇ ਉਹਨੂੰ ਵਿੱਚੋਂ ਫੋਟੋ ਦਿਸ ਪਈ ਤੇ ਰੋੜੀ ਵੱਜੀ, ਤਰੰਗਾਂ ਫੈਲ ਗਈਆਂ। ਇਹੀ ਆਪਾਂ ਕਹਿੰਦੇ ਹੁੰਦੇ, ਮਨ ਬਿਰਤੀਆਂ ਇਕਾਗਰ ਕਰਕੇ ਬਹਿਣਾ ਭਾਈ, ਤਾਂ ਕਿ ਸਾਨੂੰ ਸਹਿਜ ਪ੍ਰਾਪਤ ਹੋ ਜਾਵੇ, ਟਿਕਾਓ ਪ੍ਰਾਪਤ ਹੋ ਜਾਵੇ। ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਧਿਆਨ ਰੱਖਿਓ ਭਾਈ, ਇੱਥੇ ਦੋ ਰਾਹ ਹੋ ਜਾਣੇ ਆ। ਇਹ ਰਾਹ ਤੇ ਚੱਲਣਾ ਹੈ ਔਖਾ, ਪਰ ਜੋ ਮਿਲਦਾ ਉਹਦਾ ਵੀ ਕੋਈ ਅੰਤ ਨਹੀਂ। ਅਮੋਲਕ ਦਾਤਾਂ ਮਿਲਦੀਆਂ ਜੋ ਦੁਨੀਆ ਦੇ ਵਿੱਚ ਨਹੀਂ ਦੇਖੀ ਹਲੇ ਤੱਕ ਕੋਈ ਚੀਜ਼। ਜੋ ਤੁਸੀਂ ਚੌਥੇ ਪਾਦ ਦੇ ਵਿੱਚ ਪ੍ਰਵੇਸ਼ ਕਰ ਜਾਓਗੇ, ਉੱਥੇ ਹੋਰ ਅੰਦਰਲੀ ਦੁਨੀਆ, ਆਨੰਦਤ ਦੁਨੀਆ ਦੇਖੋਗੇ। ਮੈਂ ਰਾਮ ਨਾਮ ਧਨ ਲਾਦੇ ਆ, ਜਿਹੜੇ ਰਾਮ ਦੇ ਨਾਮ ਵਾਲੇ ਪਾਸੇ ਆ ਉਹ ਆਨੰਦ ਲੈ ਰਹੇ ਆ ਜ਼ਿੰਦਗੀ ਦਾ, ਉਹ ਸਵਾਦ ਲੈ ਰਹੇ ਆ। ਜਿਵੇਂ ਕੋਈ ਨਾ ਰਾਮ ਦੇ ਨਾਮ ਨਾਲ ਜੁੜਿਆ ਬੈਠਾ ਪਾਰਕ ਦੇ ਵਿੱਚ, ਕੱਲਾ ਬੰਦਾ ਬੈਠਾ ਤੇ ਮੇਰੇ ਵਰਗਾ ਕਹਿੰਦਾ ਯਾਰ ਕੱਲਾ ਬੈਠਾ, ਕਹਿੰਦਾ ਇਹਦੇ ਕੋਲੇ ਚੱਲੀ, ਕਹਿੰਦਾ ਕੱਲਾ ਮਹਿਸੂਸ ਕਰਦਾ ਹੋਊਗਾ, ਕਿਉਂਕਿ ਆਪਾਂ ਉਹੀ ਸੋਚਦੇ ਹਾਂ ਨਾ ਜੋ ਅਸੀਂ ਆਪ ਹਾਂ। ਤੇ ਉਹ ਭਾਈ ਗਿਆ, ਜਾ ਕੇ ਕਹਿੰਦਾ ਸੁਣਾਓ ਜੀ ਕੀ ਹਾਲ ਆ ਜੀ, ਕਿਹੜੀ ਪਾਰਟੀ ਜਿੱਤੂਗੀ ਐਕੀ, ਕਿਵੇਂ ਆ ਵੋਟਾਂ ਦਾ ਕੀ ਪ੍ਰੋਗਰਾਮ ਆ। ਮੈਂ ਕਿਹਾ ਤੁਸੀਂ ਇਕੱਲੇ ਬੈਠੇ ਹੋ, ਬੋਰ ਨਾ ਹੋਵੋ, ਮੈਂ ਤੁਹਾਡੇ ਕੋਲੇ ਆ ਕੇ ਬਹਿ ਗਿਆ। ਉਹ ਭਾਈ ਗੁਰਮੁਖ ਪਿਆਰਾ ਕਹਿੰਦਾ ਪਹਿਲਾਂ ਤਾਂ ਨਹੀਂ ਇਕੱਲਾ ਸੀ, ਹੁਣ ਹੋ ਗਿਆ। ਹੁਣ ਤੂੰ ਮੇਰੀ ਸੁਰਤ ਨੂੰ ਦੁਨੀਆ 'ਚ ਨੂੰ ਲੈ ਚੱਲਿਆ, ਪਹਿਲਾਂ ਮੈਂ ਰਾਮ ਦੇ ਨਾਮ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਭਾਈ ਜਿਨ੍ਹਾਂ ਦੀਆਂ ਸੁਰਤੀਆਂ ਬਿਰਤੀਆਂ ਜੁੜ ਜਾਂਦੀਆਂ ਉਹਨਾਂ ਦੀ ਜ਼ਿੰਦਗੀ ਹੋਰ ਹੀ ਹੋ ਜਾਂਦੀ ਹੈ, ਜ਼ਿੰਦਗੀ ਸਬਰ ਜਾਂਦੀ ਹੈ। ਇਸੇ ਤਰ੍ਹਾਂ ਹੈ ਵੀ ਅਸੀਂ ਆਪਣੀ ਗੱਡੀ ਨੂੰ ਕਾਂਟਾ ਬਦਲਣਾ ਹੁੰਦਾ ਗੁਰੂ ਲੜ ਲੱਗ ਕੇ, ਸਾਡੇ 'ਚ ਬਦਲਾਅ ਆਉਣਾ ਚਾਹੀਦਾ। ਬਦਲਾਅ ਬਹੁਤ ਹੀ ਜ਼ਰੂਰੀ ਹੈ। ਸਾਹਿਬ ਮੇਰਾ ਨੀਤਨਾਮਾ ਮੈਂ ਰਾਮ ਨਾਮ ਧਨ ਲਾਦੇ ਆ, ਭਗਤ ਜੀ ਸਮਝਾ ਰਹੇ ਹਨ। ਅਸੀਂ ਤਾਂ ਭਾਈ ਰਾਮ ਦੇ ਨਾਮ ਦਾ ਧਨ ਲੱਦ ਲਿਆ, ਬਿਖ ਲਾਦੀ ਸੰਸਾਰ। ਸੰਸਾਰੀ ਲੋਕ ਆ ਜਿਹੜੇ ਇਹ ਬਿਖ ਬਿਓ ਮਾਇਆ ਦੇ ਵਿੱਚ ਆ, ਤਿੰਨਾਂ ਗੁਣਾਂ ਦੇ ਵਿੱਚ ਆ। ਅਸੀਂ ਰਾਮ ਦੇ ਨਾਮ ਦੇ ਨਾਲ ਜੁੜ ਕੇ ਚੌਥੇ ਪਦ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ, ਜਿੱਥੇ ਭਗਤ ਰਵਿਦਾਸ ਜੀ ਨੇ ਕਿਹਾ ਸੀ ਬੇਗਮਪੁਰਾ ਸ਼ਹਿਰ ਕੋ ਨਾਉ, ਉੱਥੇ ਕੋਈ ਗਮ ਨਹੀਂ, ਉੱਥੇ ਪਹੁੰਚ ਗਏ। ਭਗਤ ਜੀ ਸਮਝਾ ਰਹੇ ਹਨ ਸੰਸਾਰੀ ਲੋਕ ਫਸੇ ਹੋਏ ਆ ਤਿੰਨਾਂ ਗੁਣਾਂ ਦੇ ਵਿੱਚ, ਅਸੀਂ ਤਾਂ ਚੜ੍ਹ ਗਏ ਭਾਈ, ਆਨੰਦਤ ਅਵਸਥਾ ਦੇ ਵਿੱਚ ਪਹੁੰਚ ਗਏ।
ਔਰ ਬਾਰ ਪਾਰ ਕੇ ਦਾਨੀਆ ਲਿਖ ਲੈ ਹੋਇਆਲ ਪਤਾਲ। ਹੈ ਔਖਾ, ਪਰ ਜਿਹੜਾ ਗੁਰੂ ਦੇ ਟਾਂਗੇ 'ਚ ਬਹਿ ਕੇ, ਇਹਨੂੰ ਕਹਿੰਦੇ ਆ ਨਾ ਨਾਮ ਦਾ ਜਹਾਜ਼। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜੀ ਨੇ ਪਾਰ ਲੰਘਣਾ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜੀ ਨੇ ਪਾਰ ਲੰਘਣਾ। ਜਿਹੜੇ ਪਾਰ ਲੰਘ ਜਾਂਦੇ ਆ, ਜਿਹੜੇ ਚੌਥੇ ਪਦ ਵਿੱਚ ਪਹੁੰਚ ਜਾਂਦੇ ਆ, ਜਿਨ੍ਹਾਂ ਦਾ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਜਾਂਦਾ, ਜਿਨ੍ਹਾਂ ਦਾ ਸਤਿਗੁਰ ਕੈ ਜਨਮੈ ਗਬਨ ਮਟਾਇਆ ਵਾਲਾ ਕਾਰਜ ਹੋ ਜਾਂਦਾ, ਜਿਨ੍ਹਾਂ ਦਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰਿਆ ਸਵਾਰ ਲੈਂਦੇ ਆ, ਜਿਹੜੇ ਮਿਹਨਤ ਕਰਕੇ ਇਹ ਉੱਚੀ ਚੋਟੀ ਤੇ 10ਵੇਂ ਦੁਆਰ ਵਿੱਚ ਪਹੁੰਚ ਜਾਂਦੇ ਆ, ਉਹ ਫਿਰ ਕੀ ਕਰਦੇ ਆ? ਦੋ ਤਰੀਕੇ ਆ ਭਾਈ। ਆਤਮਾ ਤੇ ਜਦੋਂ ਸਾਡਾ ਸਰੀਰ ਛੱਡਣਾ ਨਾ, ਸਰੀਰ ਤੋਂ ਬਾਅਦ ਆਤਮਾ ਨੇ ਜਾਂ ਤਾਂ ਪਰਮਾਤਮਾ ਦੇ ਵਿੱਚ ਮਿਲਾਪ ਹੋ ਜਾਣਾ ਤੇ ਜਾਂ ਆਵਾਗਮਨ ਦੇ ਵਿੱਚ। ਦੋ ਹੀ ਤਰੀਕੇ ਆ। ਤੇ ਜਿਹੜੀ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੋਣਾ ਮਰਨ ਤੋਂ ਬਾਅਦ, ਗੁਰਬਾਣੀ ਵਿੱਚ ਸਾਨੂੰ ਇਹ ਸਮਝਾਇਆ ਵੀ ਇਹ ਗਲਤ ਆ। ਮਰਨ ਤੋਂ ਬਾਅਦ ਚਾਂਸ ਖਤਮ ਆ। ਤੇਰਾ ਜਿੰਨਾ ਮੌਕਾ ਮਿਲਿਆ ਸੀ ਤੈਨੂੰ ਸਬਰਨ ਦਾ, ਨਾਮ ਦਾ, ਉਹ ਸਾਰਾ ਤੇਰਾ ਹੁਣ ਸਮਾਪਤ ਆ। ਉਦੋਂ ਤਾਂ ਸਾਰੀ ਉਮਰ ਤਾਂ 70 ਸਾਲ ਹੂੰ ਕੱਢਤੇ, ਤੇ ਹੁਣ ਨਹੀਂ, ਬਸ ਚਾਂਸ ਖਤਮ। ਤੇ ਜਿਹੜੇ ਭਾਈ ਜੁੜ ਜਾਂਦੇ ਆ, ਉਹ ਫਿਰ ਆਤਮਾ ਤੇ ਪ੍ਰਮਾਤਮਾ ਦਾ ਜਿਉਂਦੇ ਹੀ ਮਿਲਾਪ ਕਰ ਲੈਂਦੇ ਆ। ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇ। ਜਿਉਂਦੇ ਮੁਕਤੀ ਪ੍ਰਾਪਤ ਕਰ ਲੈਂਦੇ ਆ, ਸੱਚਖੰਡ ਦੇ ਵਿੱਚ ਪਹੁੰਚ ਜਾਂਦੇ ਆ, ਸੱਚਖੰਡ ਵਾਸੀ ਜਿਉਂਦੇ ਹੀ ਹੋ ਜਾਂਦੇ ਆ। ਫਿਰ ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਜਿਹੜੇ ਆ ਲਿਖਣ ਵਾਲੇ ਨਹੀਂ ਹੁੰਦੇ, ਕਰਮਾਂ ਨੂੰ ਲਿਖਦੇ ਆ, ਚਿੱਤਰਗੁਪਤ ਨੂੰ ਫਿਰ ਉਹ ਕੀ ਕਹਿੰਦੇ ਆ? ਫਿਰ ਉਹ ਗੂਠਾ ਦਿਖਾਉਂਦੇ ਆ ਚਿੱਤਰਗੁਪਤ ਨੂੰ ਐਂ। ਔਰ ਬਾਰ ਪਾਰ ਕੇ ਦਾਨੀਆ, ਦਾਨਾ ਹੁੰਦਾ ਸਿਆਣਾ ਲਿਖਣ ਵਾਲਾ। ਔਰ ਬਾਰ ਪਾਰ ਕੇ ਉਰਲੇ ਪਰਲੇ ਦੀਆਂ ਸਾਰਾ ਕੁਝ ਲਿਖਣ ਵਾਲਿਓ, ਲਿਖ ਲਓ ਮੇਰਾ ਵੀ ਲੇਖਾ। ਕਹਿੰਦੇ ਕੀ ਲਿਖਿਓ? ਲਿਖੀਏ ਜੀ, ਲਿਖ ਲੇ ਹੋਇਆਲ ਪਤਾਲ। ਔਲ ਪਤਾਲ ਜੋ ਮਰਜ਼ੀ ਲਿਖ ਲਓ, ਜੋ ਮਰਜ਼ੀ ਤੁਹਾਡੀ ਮਰਜ਼ੀ ਆ ਲਿਖ ਲਓ। ਕਿਉਂ ਭਗਤ ਜੀ, ਤੁਸੀਂ ਤਾਂ ਐਡਾ ਵੱਡਾ ਚੈਲੰਜ ਕਰ ਦਿੱਤਾ ਚਿੱਤਰਗੁਪਤ ਨੂੰ। ਭਗਤ ਰਵਿਦਾਸ ਜੀ ਕਹਿੰਦੇ ਮੈਂ ਜਾਣਦਾ ਉਹ ਚਿੱਤਰਗੁਪਤ ਬੰਦਾ ਨਹੀਂ, ਉਹ ਚਿੱਤਰ ਆ ਜਿਹੜਾ ਗੁਪਤ ਬਣ ਰਿਹਾ ਮੇਰੇ ਅੰਦਰ। ਮੈਂ ਸਮਝ ਗਿਆ ਆਪਣਾ ਚਿੱਤਰ, ਮੈਂ ਸੋਹਣਾ ਬਣਾਉਣਾ ਸ਼ੁਰੂ ਕਰ ਦਿੱਤਾ। ਹੁਣ ਮੇਰੇ ਚਿੱਤਰ ਨੂੰ ਕੌਣ ਵਿਗਾੜ ਸਕਦਾ? ਹੁਣ ਜਿੰਨਾ ਚਿਰ ਨਹੀਂ ਪਤਾ ਸੀ ਵੀ ਬੀਬੀ ਦਰੀ ਕੱਢਦੀ ਹੈ, ਦਰੀ ਤੇ ਪਾਉਂਦੀ ਆ ਬੂਟੇ, ਪਾਉਂਦੀ ਆ ਤੋਤੇ। ਹੁਣ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ, ਉਹਦੇ ਦਿਲ 'ਚ ਵਸਿਆ ਪਿਆ ਵੀ ਇੱਥੋਂ ਇੰਨੇ ਧਾਗੇ ਪਾਉਣੇ ਆ ਤੇ ਐਂ ਤੋਤਾ ਬਣਨਾ। ਤੇ ਦੂਜੇ ਨੂੰ ਤਾਂ ਪਤਾ ਲੱਗਣਾ ਦਰੀ ਲਹੀ ਤੋਂ, ਮੇਰੇ ਵਰਗੇ ਨੂੰ। ਤੇ ਉਹਨੂੰ ਪਹਿਲਾਂ ਪਤਾ। ਇਹੀ ਚੀਜ਼ ਆ ਗਿਆਨਵਾਨ ਦੀ। ਗਿਆਨਵਾਨ ਨੂੰ ਆਪਣਾ ਲੇਖਾ ਪਹਿਲਾਂ ਪਤਾ ਹੁੰਦਾ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣਾ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਫਿਰ ਸਾਰਾ ਡਰ ਡੁੱਕਰ ਖਤਮ। ਭਗਤ ਜੀ ਕਹਿੰਦੇ ਮੈਂ ਐਵੇਂ ਨਹੀਂ, ਮੈਂ ਗੁਰੂ ਦਾ ਗਿਆਨ ਲੈ ਲਿਆ, ਮੈਨੂੰ ਚਾਨਣ ਹੋ ਗਿਆ, ਮੇਰੇ ਅੰਦਰ ਪ੍ਰਕਾਸ਼ ਹੋ ਗਿਆ, ਮੈਨੂੰ ਸਾਰਾ ਕੁਝ ਨਰਕ ਕੀ ਹੈ, ਸਵਰਗ ਕੀ ਹੈ, ਕਿਵੇਂ ਬੰਦਾ ਜਾਂਦਾ, ਕੀ ਗੱਲ ਕੀ ਬਾਤ, ਸਾਰਾ ਕੁਝ ਪਤਾ ਲੱਗ ਗਿਆ। ਕਿਉਂ? ਕਿਉਂਕਿ ਮੈਂ ਉਹ ਰਾਹ ਹੀ ਬਦਲਤਾ, ਮੈਂ ਜਨਮ ਹੀ ਖਤਮ ਕਰ ਦਿੱਤਾ। ਮੈਂ ਮਰ ਗਿਆ ਉਧਰਲੇ ਪਾਸਿਓਂ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ। ਤੋ ਆਓ ਹਮਾਰੇ ਪਾਸ। ਮੈਂ ਤਾਂ ਚਲਿਆ ਗਿਆ, ਮੈਂ ਬੁਰਾ ਰਸਤਾ ਛੱਡ ਦਿੱਤਾ। ਮੋਹੇ ਜਮ ਡੰਡ ਨਾ ਲੱਗ ਗਈ, ਮੈਨੂੰ ਕਿਵੇਂ ਜਮੋ ਡੰਡ ਲਾਉਂਗੇ? ਮੈਨੂੰ ਜਮ ਡੰਡ ਨਹੀਂ ਲੱਗੇਗਾ, ਕਿਉਂਕਿ ਮੈਂ ਉਧਰਲੇ ਪਾਸੇ ਦੀ ਜਾਣਾ ਹੀ ਨਹੀਂ। ਮੈਂ ਜਿੱਥੇ ਜਾਣਾ ਪਹੁੰਚ ਗਿਆ। ਤਜੀਲੇ ਸਰਬ ਜੰਜਾਲ, ਮੈਂ ਸਾਰੇ ਜੰਜਾਲ ਕਰਮ ਕਾਂਡਾਂ ਦੇ ਲਾ ਕੇ ਪੁਰੇ ਸੁੱਟ ਦਿੱਤੇ। ਜਿੱਦੇ ਇਹ ਬੋਝ ਲੈ ਗਿਆ ਨਾ, ਜਿੱਦੇ ਆਤਮਕ ਇਸ਼ਨਾਨ ਹੋ ਗਿਆ ਨਾ ਗੁਰਮੁਖ ਪਿਆਰਿਓ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲਣਾ। ਭਗਤ ਜੀ ਕੀ ਕਹਿੰਦੇ? ਕਹਿੰਦੇ ਰੁਬਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲ ਪਤਾਲ।
ਜਿਹੜਾ ਕੋਈ ਮਰਜ਼ੀ ਲਿਖ ਲਾਲ ਪਤੌਲ ਜੋ ਮਰਜ਼ੀ, ਪਰ ਮੈਨੂੰ ਇੱਕ ਗਰੰਟੀ ਆ, ਮੂਹੇ ਜਮ ਡੰਡ ਨਾ ਲੱਗ ਗਈ। ਸਾਨੂੰ ਜੇ ਕਿਤੇ ਗੁਰੂ ਗ੍ਰੰਥ ਸਾਹਿਬ 'ਤੇ ਗਰੰਟੀ ਹੋ ਜਾਵੇ ਕਿ ਨਹੀਂ ਹੋ ਸਕਦੀ, ਹੋ ਸਕਦੀ ਹੈ। ਕਿਵੇਂ ਡੰਡ ਲਾਗੂ? ਜਦੋਂ ਮੇਰਾ ਗੁਰੂ ਆ ਹਾਜ਼ਰ ਤੇ ਨਾਜ਼ਰ ਆ, ਜਦੋਂ ਇਹ ਸੱਚਖੰਡ ਦੇ ਵਿੱਚ ਪਹੁੰਚਾ ਦਿੱਤਾ। ਮੋਹੇ ਜਮ ਡੰਡ ਨਾ ਲੱਗ ਗਈ, ਤਜੀਲੇ ਸਰਬ ਜੰਜਾਲ। ਜਿੰਨਾ ਕੰਮਾਂ ਕਰਕੇ ਫਸਣਾ ਸੀ ਉਹ ਮੈਂ ਛੱਡ ਦਿੱਤੇ, ਉਹ ਮੈਂ ਜੰਜਾਲ ਸਾਰਾ ਲਾ ਦਿੱਤਾ। ਜੈਸਾ ਰੰਗ ਕੁਸੁੰਭ ਕਾ ਤੈਸਾ ਓ ਸੰਸਾਰ। ਮੈਂ ਸੰਸਾਰ ਹੀ ਛੱਡ ਦਿੱਤਾ। ਸੰਸਾਰ ਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਬਾਹਰੋਂ ਛੱਡ ਕੇ ਕਿਤੇ ਜੰਗਲ 'ਚ ਚਲੇ ਜਾਣਾ ਜਾਂ ਕਿਤੋਂ, ਨਹੀਂ। ਸੰਸਾਰ ਸਾਡੇ ਅੰਦਰ ਬਣਿਆ ਹੋਇਆ ਇੱਕ। ਸੰਸਾ ਜਮਾ ਆਰ, ਸੰਸੇ ਬਹਿਮ ਭਰਮ ਤੌਖਲੇ ਭਾਵ ਜਾਲ। ਸੰਸਾਰ ਮਤਲਬ ਸੰਸਿਆਂ ਦੇ ਵਿੱਚ ਜਿਉਂ ਰਿਹਾ। ਸੰਸਾਰ ਤੋਂ ਪਾਰ ਹੋ ਜਾਣਾ ਭਾਵ ਚੌਥੇ ਪਦ ਦਾ ਵਾਸੀ ਹੋ ਗਿਆ। ਸਾਰੇ ਕਰਮ ਕਾਂਡ ਛੱਡ ਦਿੱਤੇ। ਉਹ ਕਿਹੜੇ ਰੱਬ ਨੂੰ ਪਾਉਣ ਦੀਆਂ ਗੱਲਾਂ ਕਰਦੇ ਹੋ ਯਾਰ, ਕਿਹੜੇ ਭੁਲੇਖੇ 'ਚ ਤੁਰੇ ਫਿਰਦੇ ਹੋ? ਮੇਰੇ ਤਾਂ ਅੰਦਰ ਹੀ ਹੈ ਸਾਰਾ ਕੁਛ, ਸਾਰਾ ਹੀ ਅੰਦਰ ਹੀ ਇਸ਼ਨਾਨ, ਅੰਦਰ ਹੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੰਸਾਰ ਦਾ ਰੰਗ ਆ ਜਿਹੜਾ, ਸੰਸਾਰੀ ਬਿਰਤੀਆਂ ਤਿੰਨਾਂ ਗੁਣਾਂ ਦੀਆਂ, ਇਹ ਛੱਡ ਦਿੱਤੀਆਂ। ਮੈਂ ਤਾਂ ਗੁਰੂ ਦੇ ਲੜ ਲੱਗ ਗਿਆ। ਸੰਸਾਰ ਦੇ ਵਿੱਚ ਤਾਂ ਆਹੀ ਕੁਛ ਹੈ, ਇਹ ਤਾਂ ਮਿਟਣਾ ਨਹੀਂ ਭਾਈ। ਜੇ ਤੁਸੀਂ ਕਹੋ ਨਾ ਸੰਸਾਰ ਸਾਰਾ ਸਬਰ ਜਾਵੇ, ਵਧੀਆ ਬਣ ਜਾਵੇ, ਨਹੀਂ ਹੋਣਾ। ਆਪਣੇ ਆਪ ਨੂੰ ਵਧੀਆ ਬਣਾਓ। ਇਸੇ ਕਰਕੇ ਆ ਸਾਰਾ ਕੁਝ ਛੱਡ ਕੇ ਅੰਦਰ ਨੂੰ ਆ ਜਾਓ ਗੁਰਮੁਖ ਪਿਆਰਿਓ। ਬਾਹਰ ਧੋਖੇ, ਠੱਗੀਆਂ, ਬੇਈਮਾਨੀਆਂ, ਹੇਰਾ ਫੇਰੀਆਂ, ਸਾਰਾ ਕੁਝ ਹੀ ਹੈ, ਤੇ ਅੰਦਰ ਕੁਝ ਵੀ ਨਹੀਂ। ਆਨੰਦ ਹੀ ਆਨੰਦ ਆ, ਸੱਚ ਹੀ ਸੱਚ ਆ। ਅੰਦਰ ਨੂੰ ਚੱਲੀਏ ਭਾਈ। ਜੈਸਾ ਰੰਗ ਕੁਸੁੰਭ ਕਾ, ਬਾਕੀ ਜਿਹੜਾ ਇਹ ਦੋ ਰੰਗ ਮੰਨੇ ਜਾਂਦੇ, ਇੱਕ ਕੁਸੁੰਭੇ ਦਾ ਰੰਗ, ਇੱਕ ਮਜੀਠ ਦਾ ਰੰਗ, ਦੋਨਾਂ ਦਾ ਜ਼ਿਕਰ ਆ ਇੱਥੇ। ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ। ਹੁਣ ਦੋ ਰਸਤੇ, ਦੋ ਰੰਗ ਹੋ ਗਏ। ਇੱਕ ਮਾਇਆ ਦਾ ਰੰਗ ਆ, ਸੰਸਾਰ ਦਾ ਰੰਗ ਆ, ਤਿੰਨਾਂ ਗੁਣਾਂ ਦਾ ਰੰਗ ਆ। ਇਹ ਕੁਸੁੰਭੇ ਦਾ ਰੰਗ ਆ। ਕੁਸੁੰਭਾ ਰੰਗ ਹੁੰਦਾ, ਫੁੱਲ ਕੁਸੁੰਭੇ ਦਾ ਬਹੁਤ ਸੋਹਣਾ ਹੁੰਦਾ, ਗੁਲਾਬੀ ਗੁਲਾਬੀ ਹੁੰਦਾ, ਚਮਕਦਾ ਬਹੁਤ ਆ। ਪਰ ਜਦੋਂ ਹੀ ਤੁਸੀਂ ਹੱਥ ਲਾਓਗੇ ਖਤਮ। ਇੰਨਾ ਉਹ ਨਾਜ਼ੁਕ ਹੁੰਦਾ, ਤੇ ਰੰਗ ਉਹਦਾ ਚਾਰ ਕਣੀਆਂ ਪਈਆਂ, ਖਤਮ। ਤੇ ਦੂਜੇ ਪਾਸੇ ਆ ਮਜੀਠਾ ਰੰਗ, ਨਾਮ ਦਾ ਰੰਗ। ਚੜ੍ਹਦਾ ਵੀ ਹੌਲੀ ਹੌਲੀ ਹੈ, ਬਹੁਤ ਹੌਲੀ ਚੜ੍ਹਨਾ ਭਾਈ। ਇਹ ਬਹੁਤ ਮਿਹਨਤ ਕਰਨੀ ਪੈਣੀ ਹੈ ਜੇ ਚੜ੍ਹਾਉਣਾ ਤਾਂ, ਤੇ ਫਿਰ ਲੈਂਦਾ ਵੀ ਨਹੀਂ। ਇਹ ਨਾਮ ਰੰਗ ਆ ਭਾਈ। ਮਾਇਆ ਦੇ ਰੰਗ ਤੋਂ ਬਚਣਾ ਤੇ ਨਾਮ ਰੰਗ ਨਾਲ ਅਸੀਂ ਆਨੰਦ ਮਾਨਣਾ, ਭਾਵ ਜਿਹੜੇ ਮਾਇਆ ਦੇ ਨਾਲ ਜੋੜਦੇ ਆ ਉਹਨਾਂ ਤੋਂ ਬਚਣਾ। ਹੁਣ ਤੱਕ ਕੀ ਗਿਆਨ ਆ, ਜਿਹੜੇ ਗੁਰੂ ਨਾਲ ਜੋੜਦੇ ਆ ਉਹਨਾਂ ਦੇ ਨਾਲ ਜੁੜਨਾ, ਗੁਰੂ ਨਾਲ ਜੁੜਨਾ, ਗੁਰਬਾਣੀ ਨਾਲ ਜੁੜਨਾ, ਨਾਮ ਨਾਲ ਜੁੜਨਾ, ਮਜੀਠੇ ਰੰਗ ਨਾਲ ਜੁੜਨਾ, ਮਾਇਆ ਦੇ ਰੰਗ ਨਾਲ ਨਹੀਂ ਜੁੜਨਾ। ਇਹ ਦੋ ਰੰਗ ਆ। ਭਗਤ ਰਵਿਦਾਸ ਜੀ ਮਜੀਠੇ ਰੰਗ ਨਾਲ ਜਿਹੜਾ ਸੀ ਰੰਗੇ ਹੋਏ ਸੀ, ਰੰਗ ਰਤੜੀ ਰੂਹ ਸੀ। ਇਸੇ ਕਰਕੇ ਗੁਰੂ ਨਾਨਕ ਬਾਬਾ ਜੀ ਨੇ ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਬਿਠਾਇਆ। ਤੇ ਅਖੀਰਲੀ ਪੰਗਤੀ ਹੈ, ਮੇਰੇ ਰਮਈਏ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ। ਚਮਾਰ ਤੋਂ ਅਰਥ ਹੈ, ਪਹਿਲੀ ਗੱਲ ਤਾਂ ਜੇ ਇਹ ਸਮਝ ਲਈਏ ਵੀ ਅਸੀਂ ਸਾਰੇ ਚਮਿਆਰ ਬਣ ਜਾਵਾਂਗੇ। ਜੇ ਅਸਲ ਗੱਲ ਸਮਝੀਏ, ਚੱਚੇ ਤੋਂ ਚਮੜੀ, ਮੰਮੇ ਤੋਂ ਮਾਸ, ਆੜੇ ਤੋਂ ਆਂਦਰਾਂ, ਰਾਰੇ ਤੋਂ ਰਕਤ, ਸਾਰਿਆਂ ਦੇ ਵਿੱਚ ਹੀ ਹੈ। ਤੇ ਦੂਜਾ ਅਰਥ ਹੈ ਚਮਾਰ, ਚੰਮ ਨੂੰ ਮਾਰ ਕੇ ਉੱਤੇ ਹੋ ਜਾਣਾ। ਤਿੰਨਾਂ ਗੁਣਾਂ ਦੇ ਵਿੱਚ ਚੰਮ ਆ। ਤਿੰਨਾਂ ਗੁਣਾਂ ਦੇ ਵਿੱਚ ਦੇਖਦੇ ਹਾਂ, ਆ ਵੱਡਾ, ਆ ਛੋਟਾ, ਆ ਚੰਗਾ, ਆ ਮਾੜਾ। ਚੌਥੇ ਪਦ ਦੇ ਵਿੱਚ ਚੰਮ ਨੂੰ ਮਾਰ ਕੇ ਉੱਪਰ ਹੋ ਜਾਣਾ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਣਾ। ਸੋ ਅਸੀਂ ਮਜੀਠੇ ਰੰਗ ਦੇ ਨਾਲ ਜੁੜਨਾ, ਗੁਰਬਾਣੀ ਨਾਲ ਜੁੜਨਾ, ਕਰਮ ਕੰਡਾਂ ਤੋਂ ਬਚਣਾ। ਸਿੱਧਾ ਸਿੱਟਾ ਸਾਰਾ ਨਿਚੋੜ ਇਹ ਨਿਕਲਿਆ ਬਈ ਪਰਮਾਤਮਾ ਦੇ ਨਾਮ ਨਾਲ ਜੁੜਨਾ। ਨਾਮ ਕਿੱਥੋਂ ਮਿਲਦਾ? ਗੁਰੂ ਤੋਂ। ਗੁਰਬਾਣੀ ਨਾਲ ਜੁੜਨਾ। ਆਓ ਇੱਕ ਵਾਰੀ ਫੇਰ ਇਹ ਸਾਰਾ ਜਿਹੜਾ ਸ਼ਬਦ ਹੈ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੌੜੀ ਬੈਰਾਗਣ ਰਵਿਦਾਸ ਜੀਓ। ਘਟ ਅਬ ਘਟ ਡੂਗਰ ਕਣਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਣ ਜਾਰੋ ਰਾਮ ਕੋ,
ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਹਉ ਬਣ ਜਾਰੋ ਰਾਮ ਕੋ ਸਹਿਜ ਕਰੂੰ व्यापार। ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਉਰ ਬਾਰ ਪਾਰ ਕੇ ਦਾਨੀਆਂ ਲਿਖ ਲੈ ਹੋਇਆਲ ਪਤਾਲ। ਮੋਹੇ ਜਮ ਡੰਡ ਨਾ ਲੱਗਈ ਤਜੀ ਲੈ ਸਰਬ ਜੰਜਾਲ। जैसा रंग कुसुम्भ का तैसा ये संसार। मेरे रमैये रंग मजीठ का कहो रविदास चमार। जैसा रंग कुसुम्भ का तैसा ये संसार। मेरे रमैये रंग मजीठ का कहो रविदास चमार। होइयां भुल्लां गलतियां कमियां दी माफ़ी बख्शना जी। आओ गज के फतेह बुलाइए। वाहिगुरु जी का खालसा वाहिगुरु जी की फतेह।